ਸ਼੍ਰੀ ਨਾਨਕ ਪਦ ਪੰਕਜ ਬੰਦਨ, ਪਦ ਪੰਕਜ ਬੰਦਨ। ਸਿਮਰਉ ਅੰਗਦ ਦੁਖ ਨਿਕੰਦਨ, ਅਮਰ ਦਾਸ ਗੁਰ ਹਿਰਦੈ ਧਿਆਵਉ, ਹਿਰਦੈ ਧਿਆਵਉ। ਸ਼੍ਰੀ ਗੁਰ ਰਾਮਦਾਸ ਗੁਣ ਗਾਵਉ, ਸ਼੍ਰੀ ਅਰਜਨ ਬਿਘਨਨ ਕੇ ਨਾਸਕ, ਬਿਘਨਨ ਕੇ ਨਾਸਕ। ਹਰਿ ਗੋਬਿੰਦ ਸ਼ੁਭ ਸੁਮਤਿ ਪ੍ਰਕਾਸ਼ਕ, ਸ਼੍ਰੀ ਹਰਿ ਰਾਇ ਨਾਮ ਕਰ ਜੋਰੇ, ਨਾਮ ਕਰ ਜੋਰੇ। ਗੁਰ ਹਰਿ ਕ੍ਰਿਸ਼ਨ ਮਨਾਏ ਬਹੋਰੇ, ਤੇਗ ਬਹਾਦਰ ਪਰਮ ਕਿਰਪਾਲਾ, ਪਰਮ ਕਿਰਪਾਲਾ। ਸ਼੍ਰੀ ਗੁਰ ਗੋਬਿੰਦ ਸਿੰਘ ਵਿਸਾਲਾ, ਤਾਰੋਂ ਤਾਰਾ ਪਰ ਪੁਨ ਪੁਨ ਸੀਸਾ, ਪੁਨ ਪੁਨ ਸੀਸਾ। ਬੰਦੋਂ ਬਾਰ ਬਾਰ ਜਗਦੀਸ਼ਾ, ਜਿਸ ਮਹਿ ਅੰਮ੍ਰਿਤ ਗਿਆਨ ਹੈ, ਮਾਣਿਕ ਭਗਤ ਵੈਰਾਗਾ। ਸ਼੍ਰੀ ਗੁਰੂ ਗ੍ਰੰਥ ਸਾਹਿਬ ਉਦਾਧਾਰ, ਬੰਦੋਂ ਕਰ ਅਨੁਰਾਗ। ਏਕ ਓੰਕਾਰ ਸਤਿਗੁਰੂ ਤਹਿ ਪ੍ਰਸਾਦ ਸਚ ਹੋਏ, ਵਾਹਿਗੁਰੂ ਜੀ ਕੀ ਫਤਿਹ। ਵਿਘਨ ਵਿਨਾਸ਼ਨ ਸੋਏ, ਵਾਹਿਗੁਰੂ ਜੀ ਕੀ ਫਤਿਹ। ਵਿਘਨ ਵਿਨਾਸ਼ਨ ਸੋਏ। ਸਤਿਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ। ਚੌਪਈ ਮਨ ਰਿਪ ਜੀਤਨ ਕੀ ਇਹ ਰੀਤਾ, ਪਾਵਹਿ ਸੁਖ ਜੋ ਕਰਹਿ ਤਰ ਚੀਤਾ। ਪੀਰ ਬਹਾਵਲ ਹਕ ਇਕ ਅਹੀ, ਸੁਨ ਕੈ ਬਚਨ ਬਹੁਰ ਸੋ ਕਹਿਹੀ। ਮਨ ਰਿਪ ਜੀਤਨ ਕੀ ਇਹ ਰੀਤਾ, ਪਾਵਹਿ ਸੁਖ ਜੋ ਕਰਹਿ ਤਰ ਚੀਤਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨਯੋਗ ਜੁਗਹੁ ਜੁਗ ਅਟਲ, ਚਵਰ ਛਤਰ ਤਖਤ ਦੇ ਮਾਲਿਕ, ਹਲਤ ਪਲਤ ਕੇ ਰਖਿਅਕ, ਵਾਲੀਏ ਦੋ ਜਹਾਨ। ਸ਼ਬਦਾ ਅਵਤਾਰ ਸ਼ਬਦ ਗੁਰੂ ਧੰਨ ਧੰਨ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀਓ ਮਹਾਰਾਜ, ਜਿਨ੍ਹਾਂ ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਜੀਆਂ ਦੀ ਸ਼੍ਰੀ ਅਬਚਲ ਨਗਰ ਸਾਹਿਬ ਜੀ ਵਿਖੇ ਜੁੜ ਬੈਠੀ ਗੁਰੂ ਪਿਆਰੀ ਗੁਰੂ ਸਵਾਰੀ ਸਾਧ ਸੰਗਤ ਜੀਓ। ਤਖਤ ਸਾਹਿਬ ਜੀ ਦੀ ਨਿਤ ਮਰਿਆਦਾ, ਨਿਤਨੇਮ ਅਨੁਸਾਰ ਸ਼ਾਮਾਂ ਦੇ ਦੀਵਾਨ ਸੱਜ ਰਹੇ ਹਨ। ਸਜੇ ਹੋਏ ਪਾਵਨ ਦੀਵਾਨਾਂ ਦੇ ਵਿੱਚ ਗੁਰ ਇਤਿਹਾਸ ਦੀਆਂ ਕਥਾ ਵਿਚਾਰਾਂ ਸਰਵਣ ਕਰਨ ਦੇ ਲਈ ਆਪ ਸੰਗਤਾਂ ਹਾਜ਼ਰੀਆਂ ਭਰ ਰਹੇ ਹੋ।
ਵਡ ਭਾਗੇ ਹੋ ਆਪ, ਜਿਨ੍ਹਾਂ ਨੂੰ ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਜੀਆਂ ਦੀ ਪਾਵਨ ਸਤ ਸੰਗਤ ਕਰਨ ਦਾ ਸੁਭਾਗ ਅਵਸਰ ਪ੍ਰਾਪਤ ਹੋ ਰਿਹਾ ਹੈ। ਆਪ ਜੀਆਂ ਨੇ ਪਿਛਲੇ ਦੀਵਾਨਾਂ ਦੇ ਵਿੱਚ ਗੁਰੂ ਸਾਹਿਬਾਨਾਂ ਦਾ ਇਤਿਹਾਸ ਸਰਵਣ ਕਰਨਾ ਕੀਤਾ ਸੀ। ਸਤਿਗੁਰੂ ਸੱਚੇ ਪਾਤਸ਼ਾਹ ਧੰਨ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਜਗਤ ਜਲੰਦੇ ਨੂੰ ਤਾਰਦਿਆਂ ਸਤਿਗੁਰੂ ਮਹਾਰਾਜ ਮੁਲਤਾਨ ਦੀ ਧਰਤੀ ਤੇ ਪਹੁੰਚੇ ਹਨ। ਭਾਈ ਗੁਰਦਾਸ ਸਾਹਿਬ ਜੀ ਨੇ ਬਚਨ ਕਰਨਾ ਕੀਤਾ, ਜਿਣ ਮੇਲਾ ਸ਼ਿਵਰਾਤ ਦਾ ਖਟ ਦਰਸ਼ਨ ਆਦੇਸ਼ ਕਰਾਈ, ਬਾਬੇ ਕੀਤੀ ਸਿੱਧ ਗੋਸ਼ਟ ਸ਼ਬਦ ਸ਼ਾਂਤ ਸਿੱਧਾਂ ਵਿੱਚ ਆਈ। ਤੇ ਫਿਰ ਮੇਲਿਓਂ ਬਾਬਾ ਉੱਠਿਆ, ਮੁਲਤਾਨੇ ਦੀ ਜ਼ਿਆਰਤ ਜਾਈ। ਸਤਿਗੁਰੂ ਮਹਾਰਾਜ ਜਦੋਂ ਮੁਲਤਾਨ ਦੇ ਵਿੱਚ ਗਏ, ਅੱਗੋਂ ਪੀਰ ਮੁਲਤਾਨ ਦੇ ਦੁੱਧ ਕਟੋਰਾ ਭਰ ਲੈ ਆਈ। ਤੇ ਅੱਗੋਂ ਫਿਰ ਜਦੋਂ ਪੀਰਾਂ ਨੂੰ ਪਤਾ ਚੱਲਿਆ, ਕਿਉਂਕਿ ਮੁਲਤਾਨ ਜੋ ਸ਼ਹਿਰ ਜਿਹੜਾ ਹੈ ਇਹਨੂੰ ਪੀਰੀਪੁਰ ਕਿਹਾ ਜਾਂਦਾ, ਜਿੱਥੇ ਬਹੁਤ ਜ਼ਿਆਦੀ ਗਿਣਤੀ ਦੇ ਵਿੱਚ ਇਸਲਾਮੀ ਮਤ ਦੇ ਸਾਧੂ ਸੰਤ ਰਿਹਾ ਕਰਦੇ ਸਨ। ਉਹਨਾਂ ਨੂੰ ਜਦੋਂ ਪਤਾ ਚੱਲਿਆ ਕਿ ਗੁਰੂ ਨਾਨਕ ਦੇਵ ਜੀ ਮਹਾਰਾਜ ਉਹਨਾਂ ਨੇ ਸਾਡੇ ਨਗਰ ਮੁਲਤਾਨ ਦੇ ਵਿੱਚ ਆਉਣ ਤੋਂ ਪਹਿਲਾਂ ਹੀ ਪਿਆਰਿਓ ਉਹਨਾਂ ਨੇ ਵਿਚਾਰਾਂ ਕਰ ਲਈਆਂ, ਮਨ ਵਿੱਚ ਸੋਚਦੇ ਕਿ ਜੇ ਸਤਿਗੁਰੂ ਮਹਾਰਾਜ ਸਾਡੇ ਨਗਰ ਦੇ ਵਿੱਚ ਆਉਣਗੇ ਤੇ ਉਹਨਾਂ ਦੇ ਨਾਲ ਆਪਾਂ ਕਿਸ ਤਰ੍ਹਾਂ ਗੱਲਬਾਤ ਕਰਨੀ ਹੈ, ਕਿਉਂਕਿ ਗੱਲਾਂ ਬਾਤਾਂ ਦੇ ਨਾਲ ਵੀ ਕੋਈ ਉਹਨਾਂ ਨੂੰ ਜਿੱਤ ਨਹੀਂ ਸਕਦਾ, ਗਿਆਨ ਚਰਚਾ ਦੇ ਨਾਲ ਵੀ ਕੋਈ ਜਿੱਤ ਨਹੀਂ ਸਕਦਾ, ਤੇ ਨਾਲ ਅਜ਼ਮਤਾਂ ਦੇ ਨਾਲ, ਸ਼ਕਤੀਆਂ ਦੇ ਨਾਲ, ਕਰਾਮਾਤ ਦੇ ਨਾਲ ਵੀ ਕੋਈ ਜਿੱਤਿਆ ਨਹੀਂ ਜਾ ਸਕਦਾ। ਇਸ ਕਰਕੇ ਉਹਨਾਂ ਨੇ ਜੁਗਤੀ ਮੁਕਤੀ ਵਰਤਨੀ ਕੀਤੀ। ਇੱਕ ਕਟੋਰਾ ਜਿਹੜਾ ਹੈ ਉਹਦੇ ਵਿੱਚ ਚੰਗੀ ਤਰ੍ਹਾਂ ਲਬਾਲਬ ਦੁੱਧ ਭਰ ਕੇ ਉਹ ਅੱਗੇ ਭੇਜ ਦਿੱਤਾ ਗਿਆ। ਇਹ ਸੰਕੇਤ ਸੀ ਕਿ ਸਤਿਗੁਰੂ ਮਹਾਰਾਜ ਤੁਹਾਡੇ ਵਾਸਤੇ ਸਾਡੇ ਨਗਰ ਦੇ ਵਿੱਚ ਕੋਈ ਥਾਂ ਟਿਕਾਣਾ ਨਹੀਂ ਹੈ, ਕਿਰਪਾ ਕਰੋ ਆਪ ਜੀ ਨਗਰ ਦੇ ਬਾਹਰੋਂ ਹੀ ਚੱਲ ਜਾਓ, ਸਾਡੇ ਸ਼ਹਿਰ ਦੇ ਵਿੱਚ ਨਾ ਆਓ। ਸਤਿਗੁਰੂ ਮਹਾਰਾਜ ਜੀ ਉਹਨਾਂ ਦਾ ਸੰਕੇਤ ਸਮਝ ਗਏ। ਬਾਬੇ ਕੱਢ ਕਰ ਬਗਲ ਤੇ ਚੰਬੇਲੀ ਦੁੱਧ ਵਿੱਚ ਮਿਲਾਈ। ਸਤਿਗੁਰੂ ਮਹਾਰਾਜ ਜੀ ਨੇ ਉਹਨਾਂ ਦਾ ਇਸ਼ਾਰਾ ਸਮਝਣਾ ਕੀਤਾ ਤੇ ਉਹਨਾਂ ਨੂੰ ਸਿੱਖਿਆ ਦੇਣ ਦੇ ਵਾਸਤੇ ਮਹਾਰਾਜ ਜੀ ਨੇ ਬਗਲ ਦੇ ਵਿੱਚੋਂ ਚੰਬੇਲੀ ਦਾ ਇੱਕ ਫੁੱਲ ਜਿਹੜਾ ਹੈ ਉਹਨੂੰ ਕੱਢ ਕਰਕੇ ਉਹਦੇ ਦੁੱਧ ਦੇ ਵਿੱਚ ਸਤਿਗੁਰੂ ਮਹਾਰਾਜ ਜੀ ਨੇ ਪਾ ਦਿੱਤਾ ਕਿ ਜਿਉਂ ਸਾਗਰ ਮੈਂ ਗੰਗ ਸਮਾਈ, ਜਿਸ ਤਰ੍ਹਾਂ ਸਾਗਰ ਦੇ ਵਿੱਚ ਗੰਗਾ ਸਮਾ ਜਾਂਦੀ ਹੈ ਤੇ ਸਾਗਰ ਨੂੰ ਭਾਰ ਥੋੜੀ ਲੱਗਦਾ, ਸਾਗਰ ਥੋੜੀ ਇਹ ਕਹਿੰਦਾ ਕਿ ਭਾਈ ਹੁਣ ਮੈਂ ਲਬਾਲਬ ਭਰਿਆ ਹੋਇਆ ਹਾਂ, ਜੇ ਗੰਗਾ ਮੇਰੇ ਵਿੱਚ ਜਾਂ ਔਰ ਜਲ ਦੇ ਸੋਮੇ ਮੇਰੇ ਵਿੱਚ ਪੈ ਜਾਣ ਤੇ ਮੈਂ ਔਰ ਭਰ ਸਕਦਾ ਹਾਂ, ਉਬਾਲੇ ਖਾ ਸਕਦਾ ਹਾਂ। ਨਹੀਂ ਪਿਆਰਿਓ, ਉਹਦੇ ਵਿੱਚ ਜੋ ਮਰਜ਼ੀ ਪਾ ਦਿਓ ਸਮੁੰਦਰ ਦੇ ਵਿੱਚ ਉਹ ਸਮਾ ਜਾਂਦਾ ਹੈ। ਇਹ ਮਹਾਰਾਜ ਜੀ ਨੇ ਸੰਕੇਤ ਦਿੱਤਾ ਕਿ ਭਾਈ ਅਸੀਂ ਇੱਥੇ ਰਹਿਣਾ ਨਹੀਂ ਹੈ ਤੇ ਇੱਥੋਂ ਅਸੀਂ ਜਾ ਰਹੇ ਹਾਂ ਤੇ ਅੱਗੇ ਨਿਕਲ ਜਾਣਾ, ਲੇਕਿਨ ਜਾਂਦੇ ਜਾਂਦੇ ਤੁਹਾਨੂੰ ਭਗਤੀ ਦੀ ਸੁਗੰਧੀ ਦੇ ਕੇ ਜਾਣੀ ਹੈ। ਇਹ ਸਤਿਗੁਰੂ ਮਹਾਰਾਜ ਜੀ ਨੇ ਸੰਕੇਤ ਕੀਤਾ। ਉਹਨਾਂ ਦਾ ਰਮਜ ਦੇ ਵਿੱਚ ਜਵਾਬ ਰਮਜਾਂ ਦੇ ਵਿੱਚ ਮਹਾਰਾਜ ਜੀ ਨੇ ਜਦੋਂ ਦਿੱਤਾ ਹੈ, ਬਾਅਦ ਵਿੱਚ ਉਹ ਕਟੋਰਾ ਲੈ ਕਰਕੇ ਪੀਰ ਜਦੋਂ ਚੱਲ ਗਿਆ ਤੇ ਜੋ ਮੁਖੀ ਪੀਰ ਜਿਹੜਾ ਹੈ ਉਹਨੇ ਵੇਖਿਆ ਕਿ ਸਤਿਗੁਰੂ ਮਹਾਰਾਜ ਜੀ ਦਾ ਇਸ਼ਾਰਾ ਉਹ ਸਮਝ ਲਿਆ। ਉਹ ਕਹਿੰਦੇ ਕਿ ਭਾਈ ਸਾਡੇ ਤੋਂ ਬਹੁਤ ਵੱਡੀ ਗਲਤੀ ਹੋਈ ਹੈ, ਚਲੋ ਚੱਲ ਕੇ ਆਪਾਂ ਚੱਲੀਏ। ਕਰਨਾ ਕੀਤਾ, ਬੇਨਤੀ ਕਰਨੀ ਕੀਤੀ। ਬੇਨਤੀ ਕਰਕੇ ਸਤਿਗੁਰੂ ਮਹਾਰਾਜ ਜੀ ਨੂੰ ਮੁਲਤਾਨ ਦੇ ਵਿੱਚ ਆਪਣੇ ਨਗਰ ਦੇ ਵਿੱਚ ਲੈ ਕੇ ਆਏ ਤੇ ਫਿਰ ਉਹਨਾਂ ਦਾ ਜੋ ਸਭ ਤੋਂ ਵੱਡਾ ਸ਼ਮਸ ਤਬਰੇਜ਼ ਜੋ ਹੈ ਉਹਨੇ ਸਤਿਗੁਰੂ ਮਹਾਰਾਜ ਜੀ ਨੇ ਨਾਲ ਬਚਨ ਵਿਲਾਸ ਕਰਨਾ ਕੀਤਾ। ਆਪਣੀ ਜਿਗਿਆਸਾ ਉਹਨੇ ਪ੍ਰਗਟ ਕਰਨੀ ਕੀਤੀ। ਕਹਿੰਦਾ ਸਤਿਗੁਰੂ ਮਹਾਰਾਜ, ਇਹ ਮਨ ਜਿਹੜਾ ਇਹ ਵਸ ਵਿੱਚ ਨਹੀਂ ਆਉਂਦਾ, ਇਹ ਮਨ ਜਿਹੜਾ ਹੈ ਬਹੁਤ ਦੌੜਦਾ ਹੈ, ਬਹੁਤ ਜ਼ਿਆਦਾ ਭੱਜਦਾ। ਮੈਂ ਬੜੇ ਯਤਨ ਕਰਨੇ ਕੀਤੇ, ਯਤਨ ਕਰ ਕਰਕੇ ਮਹਾਰਾਜ ਮੇਰਾ ਤਨ ਸੁੱਕ ਗਿਆ, ਲੇਕਿਨ ਮਨ ਹਾਲੇ ਵੀ ਨਵਾਂ ਨਰੋਆ ਹੈ। ਸਤਿਗੁਰੂ ਮਹਾਰਾਜ ਜੀ ਨੇ ਬਚਨ ਕਿਹਾ ਕਿ ਭਾਈ ਜਿਉਂ ਵਰਮੀ ਮਾਰੈ ਸਾਪ ਨਾ ਮਰਈ, ਕਿ ਵਰਮੀ ਨੂੰ ਮਾਰਨ ਦੇ ਨਾਲ ਸੱਪ ਥੋੜੀ ਮਰ ਜਾਇਆ ਕਰਦੇ ਹਨ। ਬੇਸ਼ੱਕ ਡੰਡਾ ਟੁੱਟ ਜਾਵੇਗਾ, ਮਰਵੀ ਜੋ ਹੈ
ਉਹ ਗਿਰ ਜਾਵੇਗੀ, ਟਹਿ ਢੇਰੀ ਹੋ ਜਾਵੇਗੀ। ਲੇਕਿਨ ਅੰਦਰ ਜੋ ਬੈਠਿਆ ਹੋਇਆ ਸੱਪ ਕੁੰਡਲੀ ਮਾਰ ਕਰਕੇ ਉਹ ਉਸ ਤਰ੍ਹਾਂ ਹੀ ਰਵੇਗਾ। ਇਸ ਕਰਕੇ ਜੇ ਸੱਪ ਨੂੰ ਮਾਰਨਾ ਹੈ, ਉਹਨੂੰ ਫੜਨਾ ਤੇ ਉਹਨੂੰ ਮੰਤਰਾਂ ਦੇ ਨਾਲ, ਸ਼ਬਦ ਦੇ ਨਾਲ ਸੱਪ ਨੂੰ ਕੀਲਣਾ ਪੈਂਦਾ ਹੈ, ਵਸ ਕਰਨਾ ਪੈਂਦਾ ਹੈ। ਇਸ ਤਰ੍ਹਾਂ ਹੀ ਗੁਰ ਸ਼ਬਦ ਦੇ ਨਾਲ ਇਹ ਜੋ ਆਪਣਾ ਮਨ ਹੈ, ਮਨ ਰੂਪੀ ਸੱਪ ਨੂੰ ਵਸ ਕਰਨਾ ਪੈਂਦਾ। ਇਹ ਸਤਿਗੁਰੂ ਮਹਾਰਾਜ ਜੀ ਨੇ ਬਚਨ ਕੀਤਾ, ਪਾਵਨ ਉਪਦੇਸ਼ ਦ੍ਰਿੜ ਕਰਵਾਉਣਾ ਕੀਤਾ। ਇੱਥੋਂ ਤੱਕ ਪਿਆਰਿਓ ਆਪ ਜੀਆਂ ਨੇ ਪਿਛਲੇ ਦੀਵਾਨਾਂ ਦੇ ਵਿੱਚ ਗੁਰੂ ਸਾਹਿਬਾਨਾਂ ਦਾ ਇਹ ਪਾਵਨ ਇਤਿਹਾਸ ਜਸ ਆਪ ਜੀਆਂ ਨੇ ਸਰਵਣ ਕੀਤਾ ਸੀ। ਆਓ ਅਗਲੀ ਕਥਾ ਆਪਾਂ ਸਰਵਣ ਕਰਨਾ ਕਰੀਏ। ਕੋਈ ਵੀ ਰਸਨਾ ਵਾਂਝੀ ਨਾ ਰਵੇ। ਸਤਿਗੁਰੂ ਮਹਾਰਾਜ ਜੀ ਦੇ ਦਰ ਤੇ ਆਪਣੀ ਹਾਜ਼ਰੀ ਨੂੰ ਦਰਜ ਕਰਵਾਉਂਦਿਆਂ ਹੋਇਆਂ ਪ੍ਰੇਮ ਤੇ ਸਤਿਕਾਰ ਸਹਿਤ ਉਚਾਰਨ ਕਰਨਾ ਕਰੋ ਜੀ। ਸਤਿਨਾਮ ਸ਼੍ਰੀ ਵਾਹਿਗੁਰੂ ਜੀ। ਫਿਰ ਇੱਕ ਵਾਰੀ ਉਚਾਰਨ ਕਰੋ ਜੀ। ਸਤਿਨਾਮ ਸ਼੍ਰੀ ਵਾਹਿਗੁਰੂ ਜੀ। ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ। ਚੌਪਈ ਮਨ ਰਿਪੁ ਜੀਤਨ ਕੀ ਇਹ ਰੀਤਾ। ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਨੇ ਉਹਨਾਂ ਨੂੰ ਕਿਹਾ ਜੋ ਇਹ ਬਚਨ ਕੀਤਾ ਸੀ ਨਾ, ਮਨ ਰਿਪ, ਮਨ ਰੂਪੀ ਵੈਰੀ ਨੂੰ ਜਿੱਤਣ ਦੇ ਵਾਸਤੇ ਜੋ ਸਤਿਗੁਰੂ ਮਹਾਰਾਜ ਜੀ ਨੇ ਰੀਤੀ ਨੂੰ ਦੱਸਣਾ ਕੀਤਾ। ਪਾਵਹਿ ਸੁਖ ਜੋ ਕਰਹਿ ਧਰ ਚੀਤਾ। ਜੋ ਵੀ ਇਹ ਉਪਦੇਸ਼ ਸਤਿਗੁਰੂ ਮਹਾਰਾਜ ਜੀ ਦਾ ਆਪਣੇ ਚਿੱਤ ਦੇ ਵਿੱਚ ਧਾਰਨ ਕਰਦਾ ਹੈ, ਉਹਨੂੰ ਸੁਖ ਦੀ ਪ੍ਰਾਪਤੀ ਹੁੰਦੀ ਹੈ। ਪੀਰ ਬਹਾਵਲ ਹਕ ਇੱਕ ਅਹੀ। ਉਹਨਾਂ ਪੀਰਾਂ ਦੇ ਵਿੱਚ ਪਿਆਰਿਓ ਸਭ ਤੋਂ ਵੱਡਾ ਜੋ ਮੁਖੀ ਸੀ, ਉਹਦਾ ਨਾਮ ਸੀ ਸ਼ਮਸ ਤਬਰੇਜ਼ ਖਾਨ। ਤੇ ਔਰ ਵੀ ਜੋ ਪੀਰ ਸਨ, ਭਾਵ ਕਿ ਔਰ ਵੀ ਸਾਧੂ ਸੰਤ ਸਨ, ਉਹਨਾਂ ਦੇ ਵਿੱਚੋਂ ਇੱਕ ਪੀਰ ਦਾ ਨਾਮ ਸੀ ਬਹਾਵਲ ਹਕ। ਤੇ ਉਹਨੇ ਅੱਗੇ ਹੋ ਕਰਕੇ ਸੁਣ ਕੇ ਬਚਨ ਬਹਰ ਸੋ ਕਹੀ। ਸਤਿਗੁਰੂ ਮਹਾਰਾਜ ਜੀ ਦਾ ਬਚਨ ਸੁਣ ਕਰਕੇ ਉਹਨੇ ਅੱਗੋਂ ਬਚਨ ਕੀਤਾ। ਸਤਿਗੁਰੂ ਮਹਾਰਾਜ ਜੀ ਨੂੰ ਪੁੱਛਿਆ ਹੈ, ਦੋਹਰਾ ਸ਼੍ਰੀ ਨਾਨਕ ਉਪਦੇਸ਼ ਮੈਂ ਮਾਇਆ ਕਹਾਂ ਜੇ ਕੂਰ। ਸਤਿਗੁਰੂ ਮਹਾਰਾਜ ਜੀ ਨੂੰ ਬਹਾਵਲ ਹੱਕ ਕਹਿੰਦਾ। ਸਤਿਗੁਰੂ ਮਹਾਰਾਜ ਆਪ ਜੀ ਦਾ ਜੋ ਉਪਦੇਸ਼ ਦਿੱਤਾ, ਆਪ ਜੀ ਨੇ ਜੋ ਕਿਹਾ ਨਾ ਕਿ ਇਹ ਜੋ ਮਾਇਆ ਜੋ ਹੈ ਇਹ ਸਭ ਕੁਝ ਕੂਰ ਹੈ, ਇਹ ਝੂਠੀ ਹੈ। ਉਨ ਤਿਸ ਬਿਨ ਵਿਵਹਾਰ ਜੇ ਹੋਤ ਨਹੀਂ ਕੋ ਪੂਰ। ਲੇਕਿਨ ਮਾਇਆ ਤੋਂ ਬਗੈਰ ਸਤਿਗੁਰੂ ਮਹਾਰਾਜ ਕੋਈ ਵਿਵਹਾਰ ਨਹੀਂ ਹੋ ਸਕਦਾ। ਸੰਸਾਰ ਦੇ ਪਿਆਰਿਓ ਜਿੰਨੇ ਵੀ ਵਿਵਹਾਰ ਹੁੰਦੇ ਹਨ, ਭਾਵੇਂ ਕੋਈ ਚੰਗਾ ਵਿਵਹਾਰ ਹੋਵੇ, ਭਾਵੇਂ ਕੋਈ ਮੰਦਾ ਬੁਰਾ ਵਿਵਹਾਰ ਹੋਵੇ, ਹੁੰਦੇ ਪਿਆਰਿਓ ਸਾਰੇ ਜਿਹੜੇ ਹਨ ਮਾਇਆ ਦੇ ਨਾਲ ਹੀ ਦੇਖੋ ਸਾਰਿਆਂ ਦਾ ਵਿਵਹਾਰ ਹੁੰਦਾ ਹੈ। ਸਤਿਗੁਰੂ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਜੀ ਨੇ ਸਰਬਲੋ ਪ੍ਰਕਾਸ਼ ਦੇ ਵਿੱਚ ਬਚਨ ਕਰਨਾ ਕੀਤਾ। ਸ਼ੁਰਵ ਬਿਨ ਸਰੈ ਨਾ ਏਕ ਛਿਨ ਪੂਰਨ ਹੋਤ ਨਾ ਕਾਮ। ਕਿ ਮਾਇਆ ਤੋਂ ਬਗੈਰ ਪਿਆਰਿਓ ਇੱਕ ਛਣ ਵੀ ਨਹੀਂ ਸਰਦਾ। ਕੋਈ ਵੀ ਕੰਮ ਜਿਹੜਾ ਸੰਸਾਰੀ, ਕੋਈ ਵੀ ਕੰਮ ਜੇ ਚੰਗਾ ਕੰਮ ਕਰਨਾ ਤਾਂ ਵੀ ਵੇਖਿਓ ਮਾਇਆ ਦਾ ਸਾਨੂੰ ਸਹਾਰਾ ਲੈਣਾ ਪੈਂਦਾ ਹੈ। ਜੇ ਮੰਨ ਲਿਆ ਜਾਵੇ ਮਾੜਾ ਕੰਮ ਕਰਨਾ, ਮਾੜੇ ਕੰਮਾਂ ਵਾਸਤੇ ਵੀ ਪਿਆਰਿਓ ਸਾਨੂੰ ਮਾਇਆ ਹੀ ਵਰਤਣੀ ਪੈਂਦੀ ਹੈ। ਭਾਵੇਂ ਕਿ ਤੁਸੀਂ ਚੱਲ ਜਾਓ, ਠੇਕੇ ਤੇ ਵੀ ਜਾਣਾ, ਸ਼ਰਾਬ ਵੀ ਖਰੀਦਣੀ ਹੈ, ਤਾਂ ਵੀ ਤੁਹਾਨੂੰ ਮਾਇਆ ਖਰਚਣੀ ਪਵੇਗੀ। ਜੇ ਗੁਰੂ ਘਰ ਦੇ ਵਿੱਚ ਵੀ ਚੱਲ ਕੇ ਆਉਣਾ ਹੈ, ਇੱਥੇ ਅਰਦਾਸ ਕਰਾਉਣੀ ਹੈ, ਪ੍ਰਸ਼ਾਦ ਦੇਗ ਚੜਾਉਣਾ, ਉਹਦੇ ਵਾਸਤੇ ਵੀ ਪਿਆਰਿਓ ਮਾਇਆ ਤੁਹਾਨੂੰ ਵਰਤਣੀ ਪੈਂਦੀ ਹੈ। ਹਾਂ, ਇਹ ਗੱਲ ਵੱਖਰੀ ਹੈ ਜਦੋਂ ਗੁਰੂ ਘਰ ਦੇ ਵਿੱਚ ਜਾਂ ਚੰਗੇ ਕੰਮਾਂ ਦੇ ਵਿੱਚ ਆਪਾਂ ਮਾਇਆ ਵਰਤਦੇ ਹਾਂ ਤੇ ਉਹ ਮਾਇਆ, ਉਹ ਸੇਵਾ ਜਿਹੜੀ ਹੈ ਉਹ ਸਫਲ ਹੋ ਜਾਂਦੀ ਹੈ। ਲੇਕਿਨ ਮਾਇਆ ਜਦੋਂ ਆਪਾਂ ਗਲਤ ਪਾਸੇ, ਗਲਤ ਚੀਜ਼ਾਂ ਦੇ ਵਿੱਚ ਵਰਤ ਲੈਂਦੇ, ਉਹ ਮਾਇਆ ਜਿਹੜੀ ਹੈ ਪਾਪਾਂ ਦਾ ਫਿਰ ਭਾਰ ਲੱਗ ਜਾਂਦਾ। ਮਾਇਆ ਤਾਂ ਚੱਲ ਜਾਂਦੀ, ਲੇਕਿਨ ਮਾਇਆ ਕਰਕੇ ਜੋ ਆਪਾਂ ਨੇ ਪਾਪ ਕਮਾਉਣੇ ਕੀਤੇ, ਉਹ ਪਾਪ ਸਾਡੇ ਗਲੇ ਦੇ ਵਿੱਚ ਪੈ ਜਾਂਦੇ ਹਨ। ਤੇ ਸੰਸਾਰ ਦੇ ਵਿੱਚ ਪਿਆਰਿਓ ਜੋ ਵੀ ਵਿਵਹਾਰ ਚੱਲ ਰਿਹਾ ਹੈ,
ਜੋ ਵੀ ਕਾਰੋਬਾਰ ਚੱਲਦਾ, ਵਿਵਹਾਰ ਚੱਲਦਾ, ਮਾਇਆ ਕਰਕੇ ਹੀ ਚੱਲਦਾ। ਤਾਈ ਤਾਂ ਮਹਾਰਾਜ ਜੀ ਨੇ ਬਚਨ ਕੀਤਾ ਕਿ ਇਨ ਬਿਨ ਸਰੈ ਨਾ ਏਕ ਛਿਨ। ਸੰਸਾਰ ਦੇ ਵਿੱਚ ਪਿਆਰਿਓ ਮਾਇਆ ਤੋਂ ਬਗੈਰ ਇੱਕ ਛਿਨ ਵੀ ਨਹੀਂ ਸਰਦਾ। ਪੂਰਨ ਹੋਤ ਨਾ ਕਾਮ, ਕੋਈ ਵੀ ਕੰਮ ਜਿਹੜਾ, ਸਾਰੇ ਕੰਮ ਅਧੂਰੇ ਰਹਿ ਜਾਂਦੇ। ਮਾਇਆ ਤੋਂ ਹੀ ਸਾਰੇ ਕਾਰਜ ਸਫਲ ਹੁੰਦੇ ਹਨ, ਪੂਰੇ ਹੁੰਦੇ ਹਨ। ਤੇ ਉਹਨਾਂ ਨੇ ਬਚਨ ਕੀਤਾ, ਬਹਾਵਲ ਹੱਕ ਨੇ ਕਿਹਾ ਕਿ ਸਤਿਗੁਰੂ ਮਹਾਰਾਜ ਤੇ ਮਾਇਆ ਤੋਂ ਬਗੈਰ ਤਾਂ ਕੋਈ ਕੰਮ ਨਹੀਂ ਸਰਦਾ। ਤੇ ਆਪ ਜੀ ਨੇ ਕਿਹਾ ਕਿ ਮਾਇਆ ਝੂਠੀ ਹੈ। ਚੌਪਈ ਉੱਤਰ ਸ੍ਰੀ ਗੁਰ ਸੁਨਤ ਅਲਾਇਆ। ਸਤਿਗੁਰੂ ਮਹਾਰਾਜ ਜੀ ਨੇ ਸੁਣ ਕਰਕੇ ਅੱਗੋਂ ਉੱਤਰ ਦਿੱਤਾ, ਨਿਸ਼ਚੈ ਜਾਣੋ ਝੂਠੀ ਮਾਇਆ। ਸਤਿਗੁਰੂ ਜੀ ਕਹਿਣ ਲੱਗੇ, ਬਹਾਵਲ ਹੱਕ ਜੀ, ਨਿਸ਼ਚਾ ਕਰਕੇ ਜਾਣਨਾ ਕਰੋ। ਇਹ ਨਾ ਸਮਝੋ ਕਿ ਭਾਈ ਮਾਇਆ ਸੱਚੀ ਹੈ। ਅਸੀਂ ਫਿਰ ਤੁਹਾਨੂੰ ਦੱਸਦੇ ਹਾਂ ਕਿ ਨਿਸ਼ਚਾ ਕਰਕੇ ਜਾਣ ਲਿਓ, ਮੰਨ ਲਿਓ ਕਿ ਇਹ ਮਾਇਆ ਹੈ, ਇਹ ਝੂਠੀ ਹੈ। ਤੈਸੇ ਝੂਠੇ ਤਹਿ ਵਿਵਹਾਰਾ। ਮਾਇਆ ਤਾਂ ਝੂਠੀ ਹੈ ਤੇ ਮਾਇਆ ਕਰਕੇ ਜੋ ਵੀ ਆਪਾਂ ਵਿਵਹਾਰ ਕਰਦੇ ਹਾਂ, ਉਹ ਵਿਵਹਾਰ ਵੀ ਸਾਰੇ ਝੂਠੇ ਹੁੰਦੇ ਹਨ। ਲਖਾਂ ਸਤ ਜਿਉ ਦਾਮ ਬਿਹਾਰਾ। ਅੱਗੇ ਸਤਿਗੁਰੂ ਮਹਾਰਾਜ ਜੀ ਨੇ ਪਿਆਰਿਓ ਇੱਕ ਦ੍ਰਿਸ਼ਟਾਂਤ ਦਿੱਤਾ। ਆਮ ਵਿਦਾਂਤੀ ਲੋਕ ਜਿਹੜੇ ਵੀ ਵਿਦਾਂਤ ਦਾ ਅਰਥ ਕਰਦੇ ਹਨ, ਵਿਦਾਂਤ ਦੇ ਵਿੱਚ ਇਹ ਪਿਆਰਿਓ ਬਹੁਤ ਜ਼ਿਆਦਾ ਦ੍ਰਿਸ਼ਟਾਂਤ ਵਰਤਿਆ ਗਿਆ ਹੈ। ਰੱਜੂ ਵਿੱਚ ਸਰਪ ਬੋਲ ਕੇ, ਭਾਵ ਕਿ ਦਾਮਾ ਦਾ ਮਤਲਬ ਕਿ ਜਿਹਨੂੰ ਆਪਾਂ ਰੱਸਾ ਬੋਲਦੇ ਹਾਂ, ਰੱਸੀ। ਕਈ ਵਾਰੀ ਕੀ ਹੁੰਦਾ, ਰਾਤ ਦਾ ਜੇ ਹਨੇਰਾ ਹੋਵੇ, ਥੱਲੇ ਰੱਸਾ ਪਿਆ ਹੋਇਆ ਹੋਵੇ, ਸਾਨੂੰ ਦਿਸਦਾ ਨਾ ਹੋਵੇ, ਤੁਸੀਂ ਇੱਕਦਮ ਚੱਲ ਕੇ ਜਾਓ, ਗਲਤੀ ਦੇ ਨਾਲ ਉਹ ਰੱਸੀ ਦੇ ਉੱਤੇ ਤੁਹਾਡਾ ਪੈਰ ਪੈ ਗਿਆ, ਸਭ ਤੋਂ ਪਹਿਲਾਂ ਮਨ ਦੇ ਵਿੱਚ ਭਰਮ, ਮਨ ਦੇ ਵਿੱਚ ਭੈ ਪੈਦਾ ਹੁੰਦਾ ਕਿ ਯਾਰੋ ਆਪਣਾ ਪੈਰ ਜਿਹੜਾ ਸੱਪ ਦੇ ਉੱਤੇ ਪੈ ਗਿਆ। ਇੱਕਦਮ ਬੰਦਾ ਡਰ ਜਾਂਦਾ, ਆਪਾਂ ਭੱਜ ਜਾਂਦੇ ਆ। ਫਿਰ ਜਦੋਂ ਦੀਆ ਲਿਆ ਕਰਕੇ ਜਾਂ ਬੱਤੀ ਜਗਾ ਕਰਕੇ ਤੱਕਦੇ, ਬੰਦਾ ਬੜਾ ਭੈਭੀਤ ਹੋ ਜਾਂਦਾ, ਬਹੁਤ ਜ਼ਿਆਦਾ ਘਬਰਾ ਜਾਂਦਾ ਕਿ ਸੱਪ ਦੇ ਉੱਤੇ ਪੈਰ ਪੈ ਗਿਆ, ਕਿ ਸੱਪ ਨੇ ਪਤਾ ਨਹੀਂ ਡੰਗ ਤਾਂ ਨਹੀਂ ਮਾਰ ਦਿੱਤਾ, ਹੁਣ ਕੀ ਹੋਵੇਗਾ। ਲੇਕਿਨ ਜਦੋਂ ਬੱਤੀ ਜਗਾਓ, ਵੇਖੋ ਜਦੋਂ ਉਹ ਦਾਮ ਨਜ਼ਰ ਆ ਜਾਵੇ, ਉਹ ਰੱਸਾ ਨਜ਼ਰ ਆ ਜਾਵੇ, ਫਿਰ ਇੱਕਦਮ ਆਪਾਂ ਹੱਸਦੇ ਹਾਂ। ਮਨ ਦੇ ਵਿੱਚ ਜੋ ਭੈ ਸੀ ਉਹ ਭੈ ਦੂਰ ਹੋ ਜਾਂਦਾ। ਆਪਾਂ ਕਹਿੰਦੇ ਐਵੇਂ ਜੀ ਗਲਤ ਫਹਿਮੀ ਦੇ ਵਿੱਚ ਆ ਗਏ, ਜਿਹਨੂੰ ਆਪਾਂ ਸੱਪ ਮੰਨੀ ਬੈਠੇ, ਉਹ ਸੱਪ ਨਹੀਂ, ਉਹ ਤਾਂ ਰੱਸਾ ਹੈ। ਸੁਪਨ ਵਿਖੈ ਜਿਉ ਸਰਤਾ ਬਾਰਾ। ਤੇ ਇਹੀ ਸਤਿਗੁਰੂ ਮਹਾਰਾਜ ਜੀ ਨੇ ਦ੍ਰਿਸ਼ਟਾਂਤ ਦੇਣਾ ਕੀਤਾ ਕਿ ਇੱਕ ਤਾਂ ਇਹ ਬਚਨ ਕੀਤਾ ਕਿ ਅੰਧਕਾਰ ਦੇ ਵਿੱਚ ਰੱਸਾ ਜਿਹੜਾ ਸੱਪ ਕਰਕੇ ਪਾਸਦਾ ਹੈ। ਇਸ ਤਰ੍ਹਾਂ ਹੀ ਮਹਾਰਾਜ ਜੀ ਨੇ ਦੂਜਾ ਦ੍ਰਿਸ਼ਟਾਂਤ ਵਰਤਿਆ, ਬਚਨ ਕਰਨਾ ਕੀਤਾ ਕਿ ਸੁਪਨੇ ਦੇ ਵਿੱਚ ਕਈ ਵਾਰੀ ਕੀ ਹੁੰਦਾ, ਤਾਂ ਸੁਪਨੇ ਦੇ ਵਿੱਚ ਵੇਖ ਰਿਹਾ, ਇਹ ਹਕੀਕਤ ਦੇ ਵਿੱਚ ਨਹੀਂ ਹੈ, ਤੇ ਉਹ ਸੁਪਨੇ ਦੇ ਵਿੱਚ ਵੇਖ ਰਿਹਾ ਹੈ ਬਹੁਤ ਵੱਡੀ ਨਦੀ ਹੈ, ਉਹਦੇ ਉੱਤੇ ਇਹਨੂੰ ਤਰ ਕੇ ਜਾਣਾ ਹੈ। ਤੇ ਉਹਨੇ ਕੀ ਕਰਨਾ ਕੀਤਾ, ਤੇ ਕੋਈ ਨਾਉ ਜਿਹੜੀ ਹੈ, ਉਹ ਨਾਉ ਦਾ ਉਹਨੇ ਪ੍ਰਬੰਧ ਕਰਨਾ ਕੀਤਾ। ਸੁਪਨ ਟਕਾ ਦੇ ਸੋ ਲੰਘ ਜਾਈ। ਜਦੋਂ ਉਹ ਨਾਵ ਦੇ ਉੱਤੇ ਚੜ ਰਿਹਾ ਸੀ ਨਾ ਸੁਪਨੇ ਵਿੱਚ, ਤੇ ਅੱਗੋਂ ਉਹ ਮਲਾ ਨੇ ਕਹਿ ਦਿੱਤਾ ਕਿ ਭਾਈ ਮਾਇਆ ਦੇਣਾ ਕਰ, ਮਾਇਆ ਦਵੇਗਾ ਤਾਂ ਤੈਨੂੰ ਅੱਗੇ ਮੈਂ ਲੈ ਕੇ ਜਾ ਸਕਦਾ। ਤੇ ਉਹ ਜੋ ਬੰਦਾ ਜਿਹੜਾ ਨਾਵ ਦੇ ਵਿੱਚ ਸੁਪਨੇ ਵਿੱਚ ਚੜਿਆ, ਉਹਨੇ ਸੁਪਨੇ ਦੇ ਵਿੱਚ ਹੀ ਆਪਣੇ ਜੇਬ ਦੇ ਵਿੱਚੋਂ ਮਾਇਆ ਕੱਢ ਕੇ ਉਹਨੂੰ ਦੇ ਦਿੱਤੀ। ਇਸੇ ਰੀਤ ਦਹਿ ਲਿਉ ਲਖਾਈ। ਇਸ ਤਰ੍ਹਾਂ ਹੀ ਭਾਈ ਤੂੰ ਵੀ ਜਾਣਨਾ ਕਰ। ਸਤਿਗੁਰੂ ਮਹਾਰਾਜ ਜੀ ਨੇ ਦੇਖੋ ਕਿੰਨਾ ਪਿਆਰਾ ਦ੍ਰਿਸ਼ਟਾਂਤ ਦਿੱਤਾ ਕਿ ਇੱਕ ਤਾਂ ਸੁਪਨਾ ਹੈ, ਸੁਪਨੇ ਦੇ ਵਿੱਚ ਪਾਣੀ ਵੀ ਜਿਹੜਾ ਝੂਠਾ ਹੈ, ਨਦੀ ਵੀ ਝੂਠੀ ਹੈ, ਤੇ ਉਹਦੇ ਵਿੱਚ ਚੱਲਣ ਵਾਲੇ ਬੇੜੇ ਵੀ ਜੋ ਹਨ ਹਕੀਕਤ ਵਿੱਚ ਥੋੜੀ ਹੈ, ਇੱਕ ਫੁਰਨਾ ਹੈ, ਇਹ ਸਭ ਝੂਠਾ ਹੈ। ਮਲਾ ਵੀ ਝੂਠਾ ਹੈ, ਤੇ ਫਿਰ ਉਹ ਮਾਇਆ ਮੰਗਣ ਵਾਲਾ ਵੀ ਝੂਠਾ ਹੈ। ਤੇ ਫਿਰ ਜਦੋਂ ਇਹ ਸਾਰੇ ਝੂਠੇ ਲੋਕ ਮਾਇਆ ਮੰਗਦੇ, ਚੜਨ ਵਾਲਾ ਉਹ ਵੀ ਝੂਠਾ, ਤੇ ਉਹਨੇ ਆਪਣੇ ਬੋਝੇ ਵਿੱਚੋਂ ਮਾਇਆ ਕੱਢ ਕੇ ਦੇ ਦਿੱਤੀ। ਸਤਿਗੁਰੂ ਮਹਾਰਾਜ ਜੀ ਨੇ ਉਹਨੂੰ ਬਚਨ ਕੀਤਾ, ਬਹਾਵਲ ਹੱਕ ਨੂੰ ਕਹਿੰਦੇ ਕਿ ਬੇਸ਼ੱਕ ਇਹ ਸਾਰੇ ਝੂਠੇ, ਤੇ ਇਹਦੇ ਵਿੱਚ ਮਾਇਆ ਸੱਚੀ ਹੈ ਕਿ ਝੂਠੀ। ਉਹਨੇ ਕਿਹਾ ਸੱਚ ਹੈ ਮਹਾਰਾਜ, ਮਾਇਆ ਵੀ ਝੂਠੀ ਹੈ, ਸੁਪਨੇ ਦੇ ਦੀ ਜੋ ਮਾਇਆ ਆਪਾਂ ਦਿੰਦੇ ਆ ਉਹ ਵੀ ਤਾਂ ਝੂਠੀ ਹੈ। ਪਰਮੇਸ਼ਰ ਨਿਤ
ਸਤ ਪਛਾਨੋ। ਇਸ ਤਰ੍ਹਾਂ ਹੀ ਸਤਿਗੁਰੂ ਮਹਾਰਾਜ ਕਹਿਣ ਲੱਗੇ ਸਾਰਾ ਸੰਸਾਰ ਵੀ ਝੂਠਾ ਹੈ, ਸੁਪਨੇ ਦੇ ਵੱਤ ਹੈ। ਜੋ ਵੀ ਕਾਰ ਵਿਹਾਰ ਹੋ ਰਿਹਾ ਇਹ ਸੁਪਨੇ ਦੇ ਵੱਤ ਹੈ, ਤੇ ਇਹ ਜੋ ਆਪਾਂ ਕਾਰ ਵਿਹਾਰ ਵਾਸਤੇ ਮਾਇਆ ਵਰਤਦੇ ਆ ਇਹ ਸੱਚੀ ਥੋੜੀ ਰਹਿ ਸਕਦੀ ਹੈ, ਇਹ ਵੀ ਝੂਠੀ ਹੈ ਤੇ ਇਹ ਸਾਰਾ ਸੰਸਾਰ ਝੂਠਾ ਹੈ। ਇਹ ਝੂਠੇ ਦੇ ਵਿੱਚ ਇਹ ਜਗ ਸੱਚੇ ਕੀ ਹੈ ਕੋਠੜੀ, ਇਹਦੇ ਵਿੱਚ ਪ੍ਰਮਾਤਮਾ ਜੋ ਹੈ ਉਹ ਸੱਚ ਕਰਕੇ ਸੱਚਾ ਕਰਕੇ ਤੂੰ ਜਾਣਨਾ ਕਰ। ਤਾਂ ਕੋ ਨਾਮ ਸਤ ਮਨ ਮਾਨਹੁ। ਸਤਿਗੁਰੂ ਮਹਾਰਾਜ ਜੀ ਕਹਿਣ ਲੱਗੇ ਕਿ ਉਹ ਪ੍ਰਮਾਤਮਾ ਦਾ ਨਾਮ ਜਿਹੜਾ ਹੈ ਉਹਨੂੰ ਤੂੰ ਸਤ ਕਰਕੇ ਜਾਣਨਾ ਕਰ, ਮੰਨਣਾ ਕਰ ਭਾਈ। ਰੁਕਨ ਦੀਨ ਪੁਨ ਬੈਨ ਅਲਾਏ। ਅੱਗੋਂ ਪਿਆਰਿਓ ਰੁਕਨ ਦੀਨ ਇੱਕ ਸੰਤ ਸੀ, ਉਹਨਾਂ ਦੇ ਵਿੱਚ ਉਹਨੇ ਸਤਿਗੁਰੂ ਮਹਾਰਾਜ ਜੀ ਦੇ ਤਾਈਂ ਬਚਨ ਉਚਾਰਨ ਕੀਤਾ। ਸੰਤ ਜੋ ਲਛਨ ਦੇਉ ਬਤਾਏ। ਕਹਿੰਦਾ ਸਤਿਗੁਰੂ ਮਹਾਰਾਜ ਕਿਰਪਾ ਕਰੋ, ਜੋ ਸਾਧੂਆਂ ਦੇ ਸੰਤਾਂ ਦੇ ਲੱਛਣ ਹੁੰਦੇ ਹਨ, ਕਿਰਪਾ ਕਰਕੇ ਸੰਤਾਂ ਦੇ ਲੱਛਣ ਮੈਨੂੰ ਦੱਸਣਾ ਕਰੋ। ਕੈਸੂ ਤਿਨ ਆਚਾਰ ਵਿਵਹਾਰ। ਉਹਨਾਂ ਦਾ ਆਚਾਰ ਦਾ ਮਤਲਬ ਪਿਆਰਿਓ ਖਾਣ ਦਾ ਆਚਾਰ ਨਾ ਸਮਝਣਾ ਕਰੋ। ਆਚਾਰ ਦਾ ਮਤਲਬ ਉਹਨਾਂ ਦਾ ਆਚਰਣ ਕਿਸ ਤਰ੍ਹਾਂ ਹੁੰਦਾ ਹੈ, ਉਹਨਾਂ ਦਾ ਵਿਵਹਾਰ ਕਿਸ ਤਰ੍ਹਾਂ ਹੁੰਦਾ। ਤਹਿ ਮਿਸ ਦੇ ਉਪਦੇਸ਼ ਸੁਖਾਰ। ਉਹ ਬਹਾਨੇ ਸੰਤਾਂ ਦੇ ਬਹਾਨੇ ਉਹਨਾਂ ਦੇ ਬਾਬਤ ਦੱਸ ਕਰਕੇ ਸਾਨੂੰ ਸਤਿਗੁਰੂ ਮਹਾਰਾਜ ਸੁਖੈਨ ਉਪਦੇਸ਼ ਦੇਣਾ ਕਰੋ ਜੀ। ਸ੍ਰੀ ਗੁਰ ਭਨਿਓ ਸੁਨਹੁ ਦੇ ਕੰਨ। ਸਤਿਗੁਰੂ ਮਹਾਰਾਜ ਜੀ ਨੇ ਬਚਨ ਕਰਨਾ ਕੀਤਾ ਕਿ ਦੇ ਕੰਨ ਦੇ ਕਰਕੇ ਭਾਈ ਤੁਸੀਂ ਇਹ ਸਾਡਾ ਬਚਨ ਉਪਦੇਸ਼ ਜਿਹੜਾ ਹੈ ਉਹਨੂੰ ਸਰਵਣ ਕਰਨਾ ਕਰੋ। ਬੁਜ਼ੁਰਗ ਸੋਹਬਤ ਅਬਲ ਜਾਨਾ। ਬੁਜ਼ੁਰਗ ਸੋਹਬਤ ਅਬਲ ਜਾਨਾ। ਸਤਿਗੁਰੂ ਮਹਾਰਾਜ ਜੀ ਨੇ ਕਿਹਾ ਸਭ ਤੋਂ ਪਹਿਲੀ ਅਵਲ ਗੱਲ। ਅਵਲ ਦਾ ਮਤਲਬ ਕਿ ਜੋ ਸਭ ਤੋਂ ਪਹਿਲਾਂ ਆਪਾਂ ਬੋਲਦੇ ਨਾ, ਮਹਾਰਾਜ ਜੀ ਨੇ ਕਿਹਾ ਨਾ ਅਵਲ ਅੱਲਾਹ ਨੂਰ ਉਪਾਇਆ। ਸਭ ਤੋਂ ਪਹਿਲੇ ਪ੍ਰਮਾਤਮਾ ਨੇ ਆਪਣੇ ਨੂਰ ਨੂੰ ਪੈਦਾ ਕਰਨਾ ਕੀਤਾ। ਫਿਰ ਕੁਦਰਤ ਕੇ ਸਭ ਬੰਦੇ, ਕੁਦਰਤ ਕਰਕੇ ਸਾਰੇ ਬੰਦੇ ਪੈਦਾ ਹੋਏ ਹਨ। ਅਵਲ ਦਾ ਭਾਵ ਕਿ ਸਭ ਤੋਂ ਪਹਿਲੇ ਇੱਕ ਗੱਲ ਨੋਟ ਕਰਨਾ ਕਰੋ, ਬੁਜ਼ੁਰਗ ਸੋਹਬਤ, ਜਿਹਨੂੰ ਪਿਆਰਿਓ ਆਪਾਂ ਸਾਧ ਸੰਗ ਬੋਲਦੇ ਹਾਂ, ਸਤ ਸੰਗਤ ਬੋਲਦੇ ਹਾਂ, ਗੁਰ ਸੰਗਤ ਬੋਲਦੇ ਹਾਂ, ਗੁਰਮੁਖ ਸੰਗਤ ਬੋਲਦੇ ਹਾਂ, ਉਹਨੂੰ ਅਰਬੀ ਫਾਰਸੀ ਦੇ ਵਿੱਚ ਬਜ਼ੁਰਗ ਸੋਹਬਤ ਬੋਲਦੇ ਹਨ। ਭਾਵ ਕਿ ਜਿਹੜੇ ਬਜ਼ੁਰਗ ਮਹਾਂਪੁਰਖ ਹਨ, ਬਜ਼ੁਰਗ ਦਾ ਮਤਲਬ ਉਮਰ ਕਰਕੇ ਕੋਈ ਬਜ਼ੁਰਗ ਨਹੀਂ ਬਣ ਜਾਂਦਾ, ਹਾਂ ਅਕਲ ਕਰਕੇ ਸਿਆਣਪ ਕਰਕੇ ਨੂੰ ਤੁਸੀਂ ਜਾਣਨਾ ਕਰੋ। ਦੋਹਰਾ ਪਰ ਗੁਣ ਸੁਨਤ ਪ੍ਰਸੰਨ ਭੈ ਪੁਨ ਸੇਵਹਿ ਗੁਣਵਾਨ। ਅੱਗੇ ਮਹਾਰਾਜ ਜੀ ਨੇ ਬਚਨ ਕਰਨਾ ਕੀਤਾ ਕਿ ਜਿਹੜੇ ਸਤਿਪੁਰਸ਼ ਹੁੰਦੇ ਹਨ ਉਹਨਾਂ ਦੇ ਲੱਛਣ ਅਸੀਂ ਦੱਸਦੇ ਹਾਂ ਕਿ ਉਹ ਪਰ ਗੁਣ ਸੁਨਤ ਪ੍ਰਸੰਨ ਹੋਏ। ਪਰਾਏ ਦੇ ਜਦੋਂ ਗੁਣ ਸੁਣਦੇ ਤੇ ਸੁਣ ਕਰਕੇ ਉਹਨਾਂ ਨੂੰ ਅਗਨੀ ਲੱਗਦੀ ਹੈ, ਉਹ ਪ੍ਰਸੰਨ ਹੁੰਦੇ ਹਨ। ਜ਼ਿਆਦਾ ਕਰਕੇ ਤਾਂ ਪਿਆਰਿਓ ਬੰਦੇ ਨੂੰ ਇਹ ਲੱਗਦਾ ਉਹਦੇ ਕੋਈ ਗੁਣਾਂ ਦਾ ਗਾਇਨ ਕਰਨਾ ਕਰੇ, ਉਹਦਾ ਕੋਈ ਜਸ ਕਰਨਾ ਕਰੇ, ਉਹਦੇ ਸਤੁਤੀ ਕੋਈ ਕਰਨਾ ਕਰੇ, ਉਹਨੂੰ ਬੜਾ ਚੰਗਾ ਲੱਗਦਾ ਕਿ ਲਓ ਜੀ ਮੇਰੀ ਉਸਤਤੀ ਹੋ ਰਹੀ ਹੈ। ਬੰਦਾ ਆਪਣਾ ਜਸ ਸੁਣਨਾ ਚਾਹੁੰਦਾ, ਲੇਕਿਨ ਕਦੇ ਬੰਦੇ ਦਾ ਆਪ ਜਸ ਕੰਨਾਂ ਦੇ ਵਿੱਚ ਪੈ ਜਾਵੇ ਬੰਦੇ ਨੂੰ ਬੜਾ ਦੁੱਖ ਹੁੰਦਾ। ਇਹ ਤਾਂ ਇੱਕ ਗੱਲ ਹੈ। ਦੂਜੀ ਗੱਲ, ਜੇ ਪਰਾਏ ਦਾ ਪਿਆਰਿਓ ਜਸ ਆਪਾਂ ਸੁਣਦੇ ਹਾਂ ਤੇ ਪਰਾਇਆ ਦਾ ਜਸ ਜਿਹੜਾ ਹੈ ਸਾਨੂੰ ਚੰਗਾ ਨਹੀਂ ਲੱਗਦਾ। ਹਾਂ ਕੋਈ ਪਰਾਏ ਦਾ ਅਬਜਸ ਸਾਡੇ ਕੋਲ ਆ ਕਰਕੇ ਕਰੇ ਜੀ ਫਲਾਣਾ ਬੰਦਾ ਤਾਂ ਬੜਾ ਖਰਾਬ ਹੈ ਜੀ, ਬੜਾ ਬਦਤਮੀਜ਼ ਹੈ, ਆਪਾਂ ਬਹੁਤ ਜ਼ਿਆਦਾ ਪ੍ਰਸੰਨ ਹੋ ਜਾਂਦੇ ਆ। ਲੇਕਿਨ ਸਤਿਗੁਰੂ ਮਹਾਰਾਜ ਜੀ ਨੇ ਕਿਹਾ ਪਰ ਗੁਣ ਸੁਨਤ ਪ੍ਰਸੰਨ ਹੋਏ। ਪਰਾਏ ਦੇ ਗੁਣਾਂ ਨੂੰ ਸੁਣ ਕਰਕੇ ਜਿਹੜਾ ਪ੍ਰਸੰਨ ਹੁੰਦਾ ਹੈ, ਪੁਨ ਸੇਵਾ ਹੈ ਗੁਣਵਾਨ। ਫਿਰ ਬਾਅਦ ਦੇ ਵਿੱਚ ਜਿਹੜੇ ਗੁਣਵਾਨ ਵਿਅਕਤੀ ਉਹਨਾਂ ਦੀ ਜੋ ਸੇਵਾ ਕਰਦਾ। ਆਤਮ ਗਿਆਨ ਵਿਚਾਰਨਾ ਨਿਤ ਪ੍ਰਤ ਸੋ ਬੁੱਧਵਾਨ। ਜੋ ਨਿਤ ਪ੍ਰਤ ਆਤਮ ਗਿਆਨ ਦੀ ਵਿਚਾਰ ਕਰਦਾ ਹੈ ਉਹ ਅਸਲੀ ਬੁੱਧਵਾਨ ਵਿਅਕਤੀ ਹੈ। ਸੋ ਪਈ ਮਨ ਦਿਆਲ ਨਿਤ ਸੁਮਤ ਵਿਚਾਰ ਹੈ। ਤੇ ਮਨ ਨੂੰ ਦਿਆਲਤਾ ਦੇ ਘਰ ਦੇ ਵਿੱਚ ਰੱਖਣਾ ਚਾਹੀਦਾ ਹੈ। ਜੋ ਸਾਧੂ ਸੰਤ ਹੁੰਦੇ ਹਨ ਉਹ ਬਹੁਤ ਉਹਨਾਂ ਦਾ ਹਿਰਦਾ ਦਿਆਲੂ ਹੁੰਦਾ ਹੈ। ਨਿਤ ਸੁਮਤ ਵਿਚਾਰੇ, ਸ਼੍ਰੇਸ਼ਟ ਮਤ ਦੀ ਉਹ ਨਿਤ ਵਿਚਾਰ ਕਰਦੇ। ਪਰ ਤੇ ਦੇਖਨ ਚੱਖ ਹਟਕਾਰ ਹੈ। ਪਰ ਤੇਰੇ ਰੂਪ ਨਾ ਪੇਖੈ ਨੇਤਰ, ਸਾਧਕੀ ਟਹਿਲ ਸੰਤ ਸੰਗ ਹੇਤ। ਪਰਾਈ ਜੋ ਇਸਤਰੀ ਹੈ ਜਾਂ ਪਰਾਏ ਤਨ ਨੂੰ
ਉਹ ਵੇਖਣ ਤੋਂ ਆਪਣੇ ਆਪ ਨੂੰ ਬਚਾ ਲੈਂਦੇ ਹਨ, ਆਪਣੀਆਂ ਅੱਖਾਂ ਨੂੰ ਮੋੜ ਲੈਂਦੇ ਹਨ। ਨਰ ਕੁਕਰਮ ਭਾਉ ਮੈਂ ਜੋ ਰਚੇ, ਜੋ ਸੰਸਾਰ ਦੇ ਵਿੱਚ ਮਨੁੱਖ ਖੋਟੇ ਕਰਮਾਂ ਦੇ ਵਿੱਚ ਲੱਗੇ ਹੋਏ, ਤਿਨ ਕੋ ਸੰਗ ਕਰਨ ਤੇ ਬਚੇ। ਉਹਨਾਂ ਦਾ ਸੰਗ ਕਰਨ ਤੋਂ ਉਹ ਬਚ ਜਾਂਦੇ ਹਨ, ਖੋਟਿਆਂ ਦੀ ਉਹ ਸੰਗਤ ਨਹੀਂ ਕਰਦੇ। ਕਬੀਰ ਸਾਹਿਬ ਜੀ ਦਾ ਆਪਾਂ ਬਚਨ ਪੜ੍ਹਦੇ ਹਾਂ ਕਿ ਕਬੀਰ ਸਾਕਤ ਤੇ ਸੂਕਰ ਬਲ ਭਲਾ ਰਾਖੈ ਆਛਾ ਗਾਓ, ਉਹ ਸਾਕਤ ਬਪਰਾ ਮਰ ਗਿਆ ਕੋਏ ਨਾ ਲੈ ਹੈ ਨਾਓ। ਕਬੀਰ ਸਾਕਤ ਐਸਾ ਹੈ ਜੈਸੇ ਲਸਣ ਕੀ ਖਾਨ, ਕੋਨੇ ਬੈਠੇ ਖਾਈਐ ਪ੍ਰਗਟ ਹੋਏ ਨਿਧਾਨ, ਤੇ ਬਾਸਨ ਕਾਰੋ ਪਰਸੀਐ ਤਉ ਕਛ ਲਾਗੈ ਦਾਗ। ਕਬੀਰ ਸਾਹਿਬ ਜੀ ਨੇ ਬਚਨ ਕਰਨਾ ਕੀਤਾ, ਜੋ ਜੈਸੀ ਸੰਗਤ ਮਿਲੇ ਸੋ ਤੈਸੋ ਫਲ ਖਾਏ। ਜੋ ਜਿਹੋ ਜੀ ਸੰਗਤ ਕਰਦਾ ਉਹਨੂੰ ਉਹੋ ਜਿਹੇ ਫਲਾਂ ਦੀ ਪ੍ਰਾਪਤੀ ਹੁੰਦੀ ਹੈ। ਤੇ ਸਾਕਤ ਜਿਹੜਾ ਹੈ, ਸਾਕਤ ਤੋਂ ਕਬੀਰ ਸਾਹਿਬ ਜੀ ਨੇ, ਸਤਿਗੁਰੂ ਮਹਾਰਾਜ ਜੀ ਨੇ ਵਿਸ਼ੇਸ਼ ਕਰਕੇ ਹਿਦਾਇਤ ਦਿੱਤੀ ਹੈ ਕਿ ਸਾਕਤ ਤੋਂ ਪਿਆਰਿਓ ਬਚ ਕੇ ਰਹਿਣਾ ਚਾਹੀਦਾ। ਕਬੀਰ ਸਾਹਿਬ ਜੀ ਨੇ ਤਾਂ ਇੱਕ ਇਹੋ ਜਿਹਾ ਬੜਾ ਪਿਆਰਾ ਦ੍ਰਿਸ਼ਟਾਂਤ ਦਿੱਤਾ ਕਿ ਸਾਕਤ ਦਾ ਸੰਗ ਇਸ ਤਰ੍ਹਾਂ ਹੈ ਕਿ ਜਿਸ ਤਰ੍ਹਾਂ ਕਿ ਕੇਲੇ ਨਿਕਟ ਜੋ ਬੇਰ, ਉਹ ਝੂਲੈ ਉਹ ਚੀਰੀਐ ਸਾਕਤ ਸੰਗ ਨਾ ਹੇਰਾ। ਕਈ ਵਾਰੀ ਪਿਆਰਿਓ ਬੇਰੀ ਦਾ ਦਰਖਤ ਜਿਹੜਾ ਹੁੰਦਾ, ਤੇ ਬੇਰੀ ਦੇ ਦਰਖਤ ਨੂੰ ਬਹੁਤ ਸਾਰੇ ਕੰਡੇ ਹੁੰਦੇ ਹਨ, ਉਹਦੇ ਲਾਗੇ ਕੋਈ ਕੇਲੇ ਦਾ ਦਰਖਤ ਲੱਗ ਜਾਵੇ ਤੇ ਜਦੋਂ ਕੇਲੇ ਦਾ ਦਰਖਤ ਖੜਦਾ ਜਾਂ ਬੇਰੀ ਦਾ ਦਰਖਤ ਹਵਾ ਦੇ ਨਾਲ ਝੂਲਦਾ ਨਾ, ਉਹਦੇ ਨਾਲ ਉਹਦੀ ਕੰਡਿਆਲੀ ਵੱਜ ਕਰਕੇ ਉਹਦੇ ਪੱਤਿਆਂ ਨੂੰ ਪਾੜ ਕਰਕੇ ਰੱਖ ਦਿੰਦੇ ਹਨ। ਇਹਦੇ ਵਿੱਚ ਕੇਲੇ ਦਾ ਕੀ ਗੁਨਾਹ ਹੈ? ਇਹੀ ਸਭ ਤੋਂ ਵੱਡਾ ਗੁਨਾਹ ਕਿ ਉਹਨੇ ਬੇਰੀ ਦੀ ਸੰਗ ਕਰਨੀ ਕੀਤੀ ਹੈ। ਬੇਰੀ ਦੇ ਸੰਗ ਦੇ ਵਿੱਚ ਰਹਿ ਕਰਕੇ ਉਹਨੇ ਆਪਣੇ ਪੱਤਿਆਂ ਨੂੰ ਪਾੜ ਕਰਕੇ ਰੱਖ ਲਿਆ। ਇਸ ਕਰਕੇ ਸਤਿਗੁਰੂ ਮਹਾਰਾਜ ਜੀ ਨੇ ਇੱਥੇ ਬਚਨ ਕਰਨਾ ਕੀਤਾ ਤੇ ਉਹਨਾਂ ਨੂੰ ਉਪਦੇਸ਼ ਦਿੱਤਾ, ਸੰਗਤ ਨਹੀਂ ਕਰਨੀ ਚਾਹੀਦੀ ਹੈ। ਨਿਜ ਬਲ ਪਰ ਕੋ ਕਬ ਨ ਜਨਾਈ, ਆਪਣਾ ਬਲ ਖਜ਼ਾਨਾ ਹੋਵੇ ਲੇਕਿਨ ਐਵੇਂ ਆਪਣਾ ਬਲ ਨੂੰ ਪ੍ਰਦਰਸ਼ਿਤ ਨਾ ਕਰਨਾ ਕਰੇ, ਐਵੇਂ ਨਾ ਦਿਖਾਉਣਾ ਕਰੇ ਕਿ ਭਾਈ ਮੇਰੇ ਅੰਦਰ ਇੰਨਾ ਜ਼ਿਆਦਾ ਬਲ ਹੈ। ਜਾਂ ਸਰੀਰ ਕਰਕੇ ਵੀ, ਸਰੀਰ ਕਰਕੇ ਉਹਨਾਂ ਦੇ ਕੋਲ ਬਲ ਨਹੀਂ, ਰੁਤਬੇ ਦਾ ਬਲ ਪਿਆਰਿਓ ਬਹੁਤ ਜ਼ਿਆਦਾ ਹੁੰਦਾ ਹੈ। ਰੁਤਬੇ ਦਾ ਬਲ ਕਈ ਵਾਰੀ ਬੰਦਾ ਝਾੜਦਾ ਕਿ ਲਓ ਜੀ ਮੈਂ ਫਲਾਣਾ ਅਫਸਰ ਹਾਂ, ਮੈਂ ਫਲਾਣਾ ਮੰਤਰੀ ਹਾਂ, ਜਾਂ ਮੈਂ ਫਲਾਣਾ ਅਹੁਦੇਦਾਰ ਹਾਂ, ਜੇ ਮੇਰੇ ਨਾਲ ਪੰਗਾ ਲਓਗੇ ਜਾਂ ਮੇਰੇ ਅੱਗੇ ਇਹ ਕਰੋਗੇ ਮੈਂ ਤੁਹਾਡੇ ਉੱਤੇ ਇਹ ਕਾਰਵਾਈ ਕਰ ਦਵਾਂਗਾ, ਉਹ ਕਾਰਵਾਈ ਕਰ ਦਵਾਂਗਾ। ਇਸ ਤਰ੍ਹਾਂ ਆਪਣਾ ਬਲ ਜਿਹੜਾ ਹੈ ਨਹੀਂ ਝਾੜਨਾ ਚਾਹੀਦਾ। ਜਾਂ ਜਿਹੜੇ ਨਹੀਂ ਝਾੜਦੇ ਹਨ ਉਹ ਅਸਲੀ ਸੰਤ ਹਨ, ਮਹਾਂਪੁਰਖ ਹਨ। ਸ਼ਤਰ ਮੀਤ ਬਿਖੈ ਸਮਤਾਈ, ਮਿੱਤਰ ਸਤਰ ਜਾਂ ਕੈ ਏਕ ਸਮਾਨੈ, ਪ੍ਰਭ ਆਪਣੈ ਬਿਨ ਅਵਰ ਨਾ ਜਾਣੈ। ਸੂਰਬੀਰ ਬਚਨ ਕੇ ਬਲੀ, ਕਵਲਾ ਬਪਰੀ ਸੰਤੀ ਛਲੀ। ਸਤਿਗੁਰੂ ਮਹਾਰਾਜ ਜੀ ਨੇ ਵੀ ਬਚਨ ਕਰਨਾ ਕੀਤਾ ਕਿ ਉਹ ਸੰਤ ਕਾ ਦਾ ਸੰਤ ਹੈ ਭਾਈ ਜਿਹਦੇ ਵਾਸਤੇ ਵੈਰੀ ਵੱਖਰੇ ਹਨ ਤੇ ਮਿੱਤਰ ਵੱਖਰੇ ਹਨ। ਅਸਲ ਦੇ ਵਿੱਚ ਜਿਹੜੇ ਮਹਾਂਪੁਰਖ ਹੁੰਦੇ, ਮਿੱਤਰ ਸਤਰ ਜਾਂ ਕੈ ਏਕ ਸਮਾਨੈ, ਪ੍ਰਭ ਆਪਣੈ ਬਿਨ ਅਵਰ ਨਾ ਜਾਣੈ। ਆਪਣੇ ਪ੍ਰਭੂ ਤੋਂ ਇਲਾਵਾ ਉਹ ਦੂਜੇ ਨੂੰ ਨਹੀਂ ਜਾਣਦੇ ਹਨ। ਭਾਵੇਂ ਕੋਈ ਉਹਨਾਂ ਦਾ ਵੈਰੀ ਵੀ ਆ ਜਾਵੇ ਤੇ ਉਹਨਾਂ ਦੇ ਮਨ ਵਿੱਚ ਇਹੀ ਹੁੰਦਾ ਕਿ ਭਾਈ ਇਹਦੇ ਵਿੱਚ ਵੀ ਤਾਂ ਮੇਰਾ ਰੱਬ ਵੀ ਵਸ ਰਿਹਾ ਹੈ, ਰੱਬ ਹੀ ਇਹਦੇ ਵਿੱਚੋਂ ਬੋਲ ਰਿਹਾ ਹੈ। ਤੇ ਕੋਈ ਆਪਣਾ ਮਿੱਤਰ ਆ ਜਾਵੇ ਤਾਂ ਵੀ ਉਹ ਰੱਬ ਦਾ ਰੂਪ ਕਰਕੇ ਹੀ ਜਾਣਦੇ ਹਨ। ਭਾਵ ਕਿ ਉਹਨਾਂ ਦੇ ਹਿਰਦੇ ਵਿੱਚ ਕੋਈ ਕਪਟ ਨਹੀਂ ਹੁੰਦਾ, ਵੈਰ ਦੀ ਤੇ ਮਿੱਤਰਤਾਈ ਦੀ ਕੋਈ ਭਾਵਨਾ ਨਹੀਂ ਹੁੰਦੀ ਹੈ। ਸ਼ੋਕ ਹਰਖ ਪੁਨ ਮਾਨ ਅਮਾਨੂ, ਸ਼ੋਕ ਹਰਕ ਜੋ ਹੈ, ਹਰਕ ਸ਼ੋਕ ਤੇ ਰਹਿ ਨਿਆਰੋ, ਤੇ ਮਾਨ ਅਪਮਾਨ ਇਹ ਦੋਵਾਂ ਤੋਂ ਉਹ ਬਚੇ ਹੋਏ ਹੁੰਦੇ ਹਨ। ਦੁੱਖ ਸੁਖ ਇਨ ਮਹਿ ਰਹਿਤ ਸਮਾਨੂ, ਤੇ ਭਾਵੇਂ ਬਹੁਤ ਜ਼ਿਆਦਾ ਦੁੱਖ ਆ ਜਾਵੇ, ਭਾਵੇਂ ਬਹੁਤ ਜ਼ਿਆਦਾ ਸੁੱਖ ਆ ਜਾਵੇ, ਜੋ ਨਰ ਦੁਖ ਮੈਂ ਦੁਖ ਨਹੀਂ ਮਾਨੈ, ਸੁਖ ਸਨੇਹੋ ਅਰ ਭੈ ਨਹੀਂ ਜਾਂਕੈ, ਕੰਚਨ ਮਾਟੀ ਮਾਨੈ। ਇਹ ਉਹਨਾਂ ਦੀ ਅਵਸਥਾ ਹੁੰਦੀ ਹੈ। ਉਹ ਦੁੱਖ ਦੇ ਵਿੱਚ ਦੁੱਖ ਨੂੰ ਨਹੀਂ ਮੰਨਦੇ ਹਨ, ਸੁੱਖ ਆ ਜਾਵੇ ਤਾਂ ਬਹੁਤ ਜ਼ਿਆਦਾ ਪ੍ਰਸੰਨ ਨਹੀਂ ਹੁੰਦੇ, ਇੱਕ ਸਮਾਨ ਰਹਿੰਦੇ। ਸਿਫਤ ਪਰਮੇਸ਼ਰ ਨਿਸ ਦਿਨ ਗਾਵੇ, ਦਿਨ ਰਾਤ ਜੋ ਹੈ ਪ੍ਰਮਾਤਮਾ ਦੀ ਸਿਫਤ ਕਰਦੇ ਹਨ। 8 ਪਹਿਰ ਨਿਕਟ ਕਰ ਜਾਣੈ, ਪ੍ਰਭ ਕਾ ਕੀਆ ਮੀਠਾ ਮਾਨੈ। ਏਕ ਨਾਮ ਭਗਤਨ ਆਧਾਰ ਹੋਏ ਰਹਿ, ਸਭ ਕੀ ਪਗਸ਼ਾਰ ਸੰਤ ਰਹਿਤ ਸੁਨੋ ਮੇਰੇ ਭਾਈ, ਉਹਾਂ ਉਹਾਂ ਕੀ ਮਹਿਮਾ ਕਥਨ ਨਾ ਜਾਈ।
ਸਤਿਗੁਰੂ ਮਹਾਰਾਜ ਜੀ ਨੇ ਵੀ ਗੁਰਬਾਣੀ ਦੇ ਵਿੱਚ ਬਚਨ ਕਰਨਾ ਕੀਤਾ। ਇਹ ਸੰਤਾਂ ਦੀ ਰਹਿਤ ਭਾਈ ਤੁਸੀਂ ਸੁਣਨਾ ਕਰੋ। ਇੱਕ ਗੱਲ ਨੋਟ ਕਰ ਲਿਓ, ਉਹਾਂ ਕੀ ਮਹਿਮਾ ਕਥਨ ਨਾ ਜਾਈ। ਜੋ ਅਸਲੀ ਸੰਤ ਹੁੰਦੇ, ਮਹਾਂਪੁਰਖ ਹੁੰਦੇ, ਉਹਨਾਂ ਦੀ ਆਪਾਂ ਵਡਿਆਈ ਕਥਨ ਨਹੀਂ ਕਰ ਸਕਦੇ ਆ। ਉਹ ਦਿਨ ਰਾਤ ਪਰਮਾਤਮਾ ਦੀ ਸਿਫਤ ਸਲਾਹ ਦੇ ਵਿੱਚ ਲੱਗੇ ਹੋਏ ਹਨ। ਨਾਮ ਸੰਗ ਨਿਜ ਬੈਸ ਬਿਤਾਵੇ, ਨਾਮ ਦੇ ਨਾਲ ਆਪਣੀ ਬੈਸ, ਆਪਣੀ ਉਮਰਾਂ ਨੂੰ ਉਹਨਾਂ ਨੇ ਬਤੀਤ ਕਰਨਾ ਕੀਤਾ। ਨਾਮ ਜਪ ਜਪ ਕਰਕੇ ਆਪਣੀ ਜ਼ਿੰਦਗੀ ਨੂੰ, ਪੜਾ ਨੂੰ ਉਹਨਾਂ ਨੇ ਸਫਲ ਕੀਤਾ ਹੈ। ਅਸ ਕਹਿ ਸ੍ਰੀ ਗੁਰੂ ਕਿਰਪਾ ਨਿਧਾਨ। ਇਸ ਤਰ੍ਹਾਂ ਕਿਰਪਾ ਨਿਧਾਨ ਸਤਿਗੁਰੂ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਨੇ ਜਦੋਂ ਇਹਨਾਂ ਦੇ ਤਾਈਂ ਬਚਨ ਕਰਨਾ ਕੀਤਾ, ਹਾਜ਼ਰ ਨਾਮਾ ਕੀਨ ਬਖਾਨਾ। ਸਤਿਗੁਰੂ ਮਹਾਰਾਜ ਜੀ ਨੇ ਉਹਨਾਂ ਮਹਾਂਪੁਰਖਾਂ ਨੂੰ ਸਿੱਖਿਆ ਦੇਣ ਵਾਸਤੇ ਇੱਕ ਸ਼ਬਦ ਜਿਹੜਾ ਹੈ, ਜਿਹਨੂੰ ਸਿੱਖ ਇਤਿਹਾਸ ਦੇ ਵਿੱਚ ਹਾਜ਼ਰਨਾਮਾ ਕਿਹਾ ਜਾਂਦਾ ਹੈ। ਲੇਕਿਨ ਪਿਆਰਿਓ, ਮਹਾਰਾਜ ਜੀ ਨੇ ਇੱਥੇ ਜੋ ਬਚਨ ਆਇਆ ਤਿਲੰਗ ਰਾਗ ਕਰਕੇ, ਲੇਕਿਨ ਗੁਰਬਾਣੀ ਦੇ ਵਿੱਚ ਮਹਾਰਾਜ ਜੀ ਨੇ ਇਹ ਸ਼ਬਦ ਨੂੰ ਦਰਜ ਨਹੀਂ ਕਰਨਾ ਕੀਤਾ। ਇਸ ਕਰਕੇ ਹੋ ਸਕਦਾ ਮਹਾਰਾਜ ਜੀ ਦਾ ਉਚਾਰਨ ਕੀਤਾ ਹੋਇਆ ਹੋਵੇ, ਲੇਕਿਨ ਸਾਡੇ ਵਾਸਤੇ ਇਹ ਕੱਚੀ ਬਾਣੀ ਹੈ। ਭਾਵ ਕਿ ਸਾਡੇ ਵਾਸਤੇ ਸ਼੍ਰੀ ਮੁਖਵਾਕ ਬਾਣੀ ਨਹੀਂ ਹੈ। ਸਾਡੇ ਵਾਸਤੇ ਇਹ ਸ਼੍ਰੀ ਮੁਖਵਾਕ ਬਾਣੀ ਕਿਹੜੀ ਹੈ? ਜੋ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੇ ਵਿੱਚ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਦੀ ਜੋ ਬਾਣੀ ਦਰਜ ਹੈ, ਉਹ ਸਾਡੇ ਵਾਸਤੇ, ਸਾਰਿਆਂ ਦੇ ਵਾਸਤੇ ਉਹ ਸ਼੍ਰੀ ਮੁਖਵਾਕ ਬਾਣੀ ਹੈ। ਇਹ ਸ਼ਬਦ ਮਹਾਰਾਜ ਜੀ ਨੇ ਉੱਥੇ ਉਚਾਰਨ ਕਰਨਾ ਕੀਤਾ। ਤਿਲੰਗ ਮਹੱਲਾ ਪਹਿਲਾ। ਪਹਿਲੇ ਪਾਤਸ਼ਾਹ ਜੀ ਮਹਾਰਾਜ ਜੀ ਨੇ ਤਿਲੰਗ ਰਾਗ ਦੇ ਵਿੱਚ ਉਪਦੇਸ਼ ਦਿੱਤਾ ਹੈ। ਹਾਜ਼ਰਾ ਕਉ ਮਿਹਰ ਹੈ। ਸਤਿਗੁਰੂ ਜੀ ਕਹਿੰਦੇ ਕਿ ਜਿਹੜੇ ਹਾਜ਼ਰ ਹੁੰਦੇ ਹਨ ਪ੍ਰਮਾਤਮਾ ਦੇ ਦਰ ਤੇ, ਉਹਨਾਂ ਦੇ ਉੱਤੇ ਮਿਹਰ ਹੁੰਦੀ ਹੈ। ਈਮਾਨ ਦੋਸਤ ਹੈ। ਅਸਲ ਦੇ ਵਿੱਚ ਬੰਦੇ ਦਾ ਜੋ ਈਮਾਨ ਹੁੰਦਾ, ਉਹਦਾ ਜੋ ਕਿਰਦਾਰ ਹੁੰਦਾ, ਉਹੀ ਅਸਲੀ ਉਹਦਾ ਮਿੱਤਰ ਹੁੰਦਾ ਹੈ। ਈਮਾਨਦਾਰੀ ਦੇ ਨਾਲ ਜੋ ਉਹਦੀ ਈਮਾਨ ਹੁੰਦੀ ਹੈ, ਧਰਮ ਦੇ ਵਿੱਚ ਪਰਪੱਕ ਰਹਿਣਾ, ਇਹੀ ਪਿਆਰਿਓ ਉਹਦੀ ਅਸਲੀ ਦੋਸਤੀ ਹੈ, ਅਸਲੀ ਦੋਸਤ ਹੈ। ਇਹ ਦੋਸਤ ਜਿਹੜਾ ਈਮਾਨ ਲੋਕ ਤੇ ਪਰਲੋਕ ਦੇ ਵਿੱਚ ਨਿਭਦਾ ਹੈ। ਬੇਈਮਾਨ ਕਾਫਰ ਹੈ। ਜਿਹੜੇ ਬੇਈਮਾਨ ਹਨ, ਈਮਾਨ ਤੋਂ ਜਿਹੜੇ ਖਾਲੀ ਹੋ ਗਏ ਹਨ, ਜਿਨ੍ਹਾਂ ਦਾ ਕੋਈ ਈਮਾਨ ਨਹੀਂ ਹੁੰਦਾ, ਹਾਲੇ ਕਹਿ ਦਿੰਦੇ ਜੀ ਹੁਣ ਆ ਗੱਲ ਹੋ ਗਈ ਜੀ, ਕਹਿ ਦਿੱਤਾ, ਅਰਦਾਸ ਕਰ ਦਿੱਤੀ ਹੈ, ਉਹ ਕਰ ਦਿੱਤਾ, ਲੇਕਿਨ ਫਿਰ ਬੇਈਮਾਨ ਬਣ ਗਏ, ਫਿਰ ਆਪਣੇ ਪਾਸੇ ਲੱਗ ਜਾਣਾ। ਅੱਜ ਦੇਖੋ ਪਿਆਰਿਓ, ਜਿਨ੍ਹਾਂ ਦਾ ਆਪਾਂ ਦਿਨ ਮਨਾ ਰਹੇ ਹਾਂ, ਕਿਉਂਕਿ ਇਹ ਜੋ ਘੱਲੂਘਾਰੇ ਦੇ ਦਿਨ ਚੱਲ ਰਹੇ ਹਨ, ਤੇ ਇਹੀ ਤਾਂ ਬਚਨ ਸੀ ਸੰਤ ਗਿਆਨੀ ਜਰਨੈਲ ਸਿੰਘ ਮਹਾਂਪੁਰਖਾਂ ਨੇ। ਤੇ ਉਸ ਵੇਲੇ ਜਿਹੜੇ ਜੁਝਾਰੂ ਸਿੰਘ ਜਿਹੜੇ ਹਨ, ਜਦੋਂ ਪਿਆਰਿਓ ਉਹਨਾਂ ਨੇ ਧਰਮ ਯੁੱਧ ਮੋਰਚਾ ਲਾਉਣਾ ਕੀਤਾ, ਮੋਰਚੇ ਦੇ ਵਿੱਚ ਜਦੋਂ ਉਹਨਾਂ ਨੇ ਅਰਦਾਸਾ ਸੋਧ ਦਿੱਤਾ, ਅਰਦਾਸ ਜਦੋਂ ਕਰ ਦਿੱਤੀ, ਫਿਰ ਪਿਆਰਿਓ ਭਾਵੇਂ ਸਾਰੇ ਕਈ ਆਏ, ਉਹਨਾਂ ਨੇ ਕਿਹਾ ਆਹ ਕਰ ਦਿਓ ਜੀ, ਉਹ ਕਰ ਦਿਓ, ਤੁਹਾਨੂੰ ਇਹ ਲਾਲਚ ਦਵਾਂਗੇ। ਪਿਆਰਿਓ, ਬਹੁਤ ਸਾਰੀਆਂ ਬਥੇਰੀਆਂ ਪੇਸ਼ਕਸ਼ਾਂ ਹੋਈਆਂ ਮਹਾਂਪੁਰਖਾਂ ਨੂੰ, ਤੇ ਉਸ ਵੇਲੇ ਜਿਹੜੇ ਜੁਝਾਰੂ ਸਿੰਘ ਹਨ ਉਹਨਾਂ ਨੂੰ ਕਿਹਾ ਗਿਆ ਕਿ ਇੰਨੀ ਮਾਇਆ ਤੁਹਾਨੂੰ ਦਿੱਤੀ ਜਾਵੇਗੀ। ਇਹ ਵੀ ਕਿਹਾ ਗਿਆ ਇਹਨਾਂ ਨੂੰ, ਮਹਾਂਪੁਰਖਾਂ ਨੂੰ, ਕਿ ਤੁਹਾਨੂੰ ਅਸੀਂ ਟਿਕਟ ਦਿੰਦੇ ਹਾਂ, ਅਗਲੇ ਮੁੱਖ ਮੰਤਰੀ ਪੰਜਾਬ ਦੇ ਤੁਸੀਂ ਹੋਵੋਗੇ, ਰਾਜ ਤੁਹਾਡਾ ਹੋਵੇਗਾ। ਬਹੁਤ ਸਾਰੀਆਂ ਪੇਸ਼ਕਸ਼ਾਂ ਦਿੱਤੀਆਂ ਗਈਆਂ, ਲੇਕਿਨ ਪਿਆਰਿਓ ਇਹ ਨਹੀਂ ਸਮਝਣਾ ਚਾਹੀਦਾ ਕਿ ਸਾਰੇ ਜਿਹੜੇ ਹਨ ਉਹ ਮੈਦਾਨ ਦੇ ਵਿੱਚ ਨਿਤਰੇ। ਬਹੁਤ ਸਾਰੇ ਗੱਦਾਰ ਵੀ ਬਣ ਗਏ, ਉਹਨਾਂ ਨੇ ਮਾਇਆ ਲੈ ਕਰਕੇ ਅਰਦਾਸ ਤੋਂ ਮੁਕਰ ਗਏ, ਉਹਨਾਂ ਨੇ ਪੰਥ ਦੇ ਨਾਲ ਗੱਦਾਰੀ ਕਰ ਦਿੱਤੀ ਹੈ ਤੇ ਉਹ ਲਾਂਬੇ ਹੋ ਗਏ। ਕਈ ਜੋ ਸਨ ਜਿਹੜੇ ਜੁਝਾਰੂ ਸਿੰਘ ਸਨ, ਮਹਾਂਪੁਰਖ ਆਦਿਕ, ਔਰ ਵੀ ਜਿਹੜੇ ਚੜ੍ਹਦੀ ਕਲਾ ਵਾਲੇ ਸਿੰਘ, ਭਾਵੇਂ ਪਿਆਰਿਓ ਸਰਕਾਰਾਂ ਥੱਕ ਗਈਆਂ ਲਾਲਚਾਂ ਦੇ ਦੇ ਕਰਕੇ, ਤਰ੍ਹਾਂ ਤਰ੍ਹਾਂ ਦੀਆਂ ਲਾਲਚਾਂ ਦਿੱਤੀਆਂ ਗਈਆਂ। ਇਹ ਕਿਹਾ ਤੁਸੀਂ ਕਿਉਂ ਇਹ ਕਰ ਰਹੇ ਹੋ, ਸ਼ਾਂਤ ਹੋ ਜਾਓ, ਤੁਹਾਡੇ ਮੁੱਦੇ ਅਸੀਂ ਇਹ ਕਰ ਦੇਵਾਂਗੇ। ਬਹੁਤ ਉਹਨਾਂ ਨੇ ਇਹ ਕਰਨਾ ਕੀਤਾ, ਬੇਈਮਾਨੀ ਇਹਨਾਂ ਦੇ ਵਿੱਚ ਪਾਉਣ ਦਾ ਯਤਨ ਕੀਤਾ, ਲੇਕਿਨ ਉਹ ਈਮਾਨਦਾਰ ਬਣ ਕੇ ਨਿਤਰੇ ਹਨ। ਤੇ ਈਮਾਨਦਾਰੀ ਪਿਆਰਿਓ ਸੱਚੀ ਦੋਸਤੀ ਹੈ। ਜਿਹੜਾ ਈਮਾਨਦਾਰੀ ਦੇ ਨਾਲ ਦੋਸਤੀ ਕਰਦਾ, ਇੱਥੇ ਮਹਾਰਾਜ ਜੀ ਨੇ ਬਚਨ ਕਿਹਾ, ਤੇ ਫਿਰ ਈਮਾਨਦਾਰੀ ਪਿਆਰਿਓ ਉਹਦੇ ਨਾਲ ਨਿਭਦੀ ਹੈ। ਅੱਜ ਵੀ ਉਹਨਾਂ ਦਾ ਜਸ ਹੋ ਰਿਹਾ ਸਾਰੇ ਸੰਸਾਰ ਦੇ ਵਿੱਚ। ਜਿਹੜੇ ਬੇਈਮਾਨ ਬਣ ਗਏ, ਜਿਹੜੇ ਗੱਦਾਰ ਬਣ ਗਏ, ਇੱਥੇ ਮਹਾਰਾਜ ਆਪ ਬਚਨ ਕਰਦੇ, ਉਹ ਗੱਦਾਰ ਹਨ। ਬੇਈਮਾਨ ਜੋ ਉਹ ਗੱਦਾਰ ਹਨ। ਬਚਨ ਕਰੇ ਸੋ ਖਿਸਕ ਜਾਏ, ਬੋਲੇ ਸਭ ਕੱਚਾ।
ਸਾਰੇ ਉਹਨੂੰ ਕੱਚਾ ਕਹਿ ਕਰਕੇ ਬੋਲਦੇ, ਉਹ ਬੇਈਮਾਨ ਬੰਦਾ ਹੈ, ਉਹ ਕਾਫਰ ਬੰਦਾ ਹੈ। ਤਕੱਬਰ ਕਹਿਰ ਹੈ। ਸਤਿਗੁਰੂ ਮਹਾਰਾਜ ਜੀ ਨੇ ਬਚਨ ਕਰਦਾ ਕੀਤਾ ਕਿ ਅਹੰਕਾਰ ਜਿਹੜਾ ਹੈ ਇਹ ਕਹਿਰ ਢਾ ਦਿੰਦਾ। ਗੁਰਬਾਣੀ ਦੇ ਵਿੱਚ ਵੀ ਸਤਿਗੁਰੂ ਮਹਾਰਾਜ ਜੀ ਨੇ ਕਈ ਵਾਰੀ ਬਚਨ ਕਰਨਾ ਕੀਤਾ ਤੇ ਸਿਆਣੇ ਕਹਿੰਦੇ ਹਨ ਅਹੰਕਾਰੀਆ ਸੋ ਮਾਰਿਆ, ਕਿ ਜਿਹੜਾ ਇੱਕ ਵਾਰੀ ਅਹੰਕਾਰ ਆ ਜਾਵੇ, ਅਹੰਕਾਰ ਚੜ ਜਾਵੇ, ਉਹਨੂੰ ਮਾਰਨ ਦੀ ਲੋੜ ਨਹੀਂ ਹੈ ਪਿਆਰਿਓ, ਉਹ ਆਪ ਆਪਣੀ ਮੌਤ ਚੁਣ ਕਰਕੇ ਮਰ ਜਾਂਦਾ ਹੈ, ਉਹਦੇ ਉੱਤੇ ਕਹਿਰ ਢਹਿ ਜਾਂਦਾ। ਗੁੱਸਾ ਹਰਾਮ ਹੈ। ਜਿਹੜਾ ਗੁੱਸਾ ਕਰਦਾ ਨਾ ਇਹ ਹਰਾਮ ਹੈ। ਨਫਸ ਸ਼ੈਤਾਨ ਹੈ। ਜੋ ਨਫਸ ਕਰਦਾ ਹੈ, ਈਰਖਾ ਕਰਦਾ, ਉਹ ਸ਼ੈਤਾਨ ਹੈ। ਗੁਮਾਨ ਲਾਨਤੀ ਹੈ। ਜੋ ਗੁਮਾਨ ਕਰਦਾ ਮਨ ਦੇ ਵਿੱਚ ਤੇ ਫਿਰ ਉਹ ਜਿਹੜਾ ਉਹਦੇ ਉੱਤੇ ਲਾਣਤਾਂ ਪੈਂਦੀਆਂ ਹਨ, ਉਹਦੇ ਉੱਤੇ ਦੁਰਕਾਰ ਪੈਂਦੇ, ਉਹਦੇ ਦੁਰਫਿਟੇ ਮੂੰਹ ਹੁੰਦੇ ਹਨ। ਪਸ਼ ਗੈਬਤ ਕਾ ਮੂੰਹ ਕਾਲਾ ਹੈ। ਸਤਿਗੁਰੂ ਮਹਾਰਾਜ ਜੀ ਨੇ ਬਚਨ ਕੀਤਾ ਕਿ ਨਿੰਦਕ ਕਾ ਮੂੰਹ ਕਾਲਾ ਹੁਆ, ਦੀਨ ਤੁਰੀਆਂ ਕੈ ਦਰਬਾਰ। ਜਿਹੜੇ ਨਿੰਦਕ ਹੁੰਦੇ ਹਨ, ਦੀਨ ਸੰਸਾਰ ਦੇ ਵਿੱਚ ਤੇ ਪਰਮਾਤਮਾ ਦੇ ਦਰ ਦੇ ਵਿੱਚ ਵੀ ਉਹਨਾਂ ਦਾ ਮੂੰਹ ਜਿਹੜਾ ਹੈ, ਦੁਨੀਆ ਦੇ ਵਿੱਚ ਵੀ ਤੇ ਦੀਨ ਦੀ ਦਰਗਾਹ ਦੇ ਵਿੱਚ ਵੀ ਉਹਨਾਂ ਦਾ ਮੂੰਹ ਕਾਲਾ ਹੁੰਦਾ। ਦਿਆਨਤਦਾਰ ਸੁਰਖਰੋਏ ਹੈ। ਜੋ ਦਿਆਨਤਦਾਰ ਹੈ, ਜੋ ਦਿਆਲੂ ਹੈ, ਉਹ ਸੁਰਖਰੂ ਹੋ ਜਾਂਦਾ। ਬੇਦਿਆਨਤ ਸਿਆਹ ਮੂੰਹ ਕਾਲਾ ਹੁੰਦਾ। ਅਕ੍ਰਿਤ ਕਣ ਜਰਦ ਰੂਏ ਹੈ। ਜੋ ਅਕਿਰਤ ਕਣ ਜੋ ਹੈ, ਅਹਿਸਾਨ ਫਰਾਮੋਸ਼ ਹੈ, ਉਹਨੂੰ ਜ਼ਰਦ ਰੂ ਹੈ, ਭੈੜੀ ਆਤਮਾ ਹੈ, ਜਾਣਨਾ ਕਰੋ। ਬਦਨੀਅਤ ਨਾ ਪਾਕ ਹੈ। ਬਦਨੀਅਤ ਨਾ ਪਾਕ ਹੈ। ਜਿਹਦੀ ਨੀਅਤ ਚੰਗੀ ਨਹੀਂ ਹੁੰਦੀ ਹੈ, ਅਸਲ ਦੇ ਵਿੱਚ ਉਹ ਨਾਪਾਕ ਵਿਅਕਤੀ। ਮੋਮ ਦਿਲ ਪਾਕ ਹੈ। ਮੋਮ ਦਿਲ, ਜਿਹਦੇ ਮਨ ਦੇ ਵਿੱਚ ਦਇਆ ਹੋਵੇ। ਮਹਾਰਾਜ ਜੀ ਨੇ ਮੁਸਲਮਾਨਾਂ ਦੇ ਪ੍ਰਤੀ ਬਚਨ ਕਰਨਾ ਕੀਤਾ। ਅਸਲ ਦੇ ਵਿੱਚ ਪਿਆਰਿਓ ਮੁਸਲਮਾਨ ਦਾ ਮਤਲਬ ਮੋਮਿਨ ਇਹਨਾਂ ਨੂੰ ਬੋਲਦੇ ਹਨ। ਮੁਸਲਮ ਈਮਾਨ ਜਾਂ ਜਿਨ੍ਹਾਂ ਨੂੰ ਆਪਾਂ ਮੋਮਿਨ ਬੋਲਦੇ, ਮੋਮਿਨ ਦਾ ਮਤਲਬ ਕਿ ਮਹਾਰਾਜ ਜੀ ਨੇ ਕਿਹਾ ਨਾ, ਮੁਸਲਮਾਨ ਮੋਮ ਦਿਲ ਹੋਏ, ਜਿਹਦਾ ਦਿਲ ਜਿਹੜਾ ਮੋਮ ਦੇ ਵੱਤ ਹੋਵੇ, ਦਿਲ ਦੇ ਵਿੱਚ ਐਨ ਦਇਆ ਦੀ ਭਾਵਨਾ ਭਰੀ ਹੋਈ ਹੋਵੇ। ਕਦੇ ਆਪਨੇ ਵੇਖਿਆ ਹੋਵੇਗਾ ਮੋਮ ਦੀ ਆਪਾਂ ਪਿਆਰਿਓ ਬੱਤੀਆਂ ਵੜਦੇ ਆ, ਬੱਤੀਆਂ ਬਣਾ ਲੈਂਦੇ ਆ, ਤੇ ਮੋਮ ਇੰਨਾ ਜਿਹੜਾ ਇਹ ਹੁੰਦਾ ਤੇ ਥੋੜਾ ਵੀ ਸੇਕ ਲੱਗ ਜਾਵੇ ਤੇ ਮੋਮ ਜਿਹੜਾ ਖੁਰਨਾ ਸ਼ੁਰੂ ਹੋ ਜਾਂਦਾ, ਪਿਘਲਣਾ ਸ਼ੁਰੂ ਹੋ ਜਾਂਦਾ ਹੈ। ਇਸ ਤਰ੍ਹਾਂ ਹੀ ਜੋ ਅਸਲੀ ਮੋਮ ਦਿਲੀ ਹੁੰਦੇ ਹਨ, ਉਹੀ ਅਸਲੀ ਮੁਸਲਮਾਨ ਹੈ। ਬੇਹਿਰਸ ਔਲੀਆ ਹੈ। ਜਿਹਦੇ ਅੰਦਰ ਕੋਈ ਹਿਰਸ ਨਾ ਹੋਵੇ, ਅਹੰਕਾਰ ਨਾ ਹੋਵੇ, ਉਹ ਅਸਲੀ ਔਲੀਆ ਹੈ। ਹਿਰਸਮੰਦ ਫਾਜ਼ਰਨ ਹੈ। ਜੋ ਹਿਰਸਮੰਦ ਜੋ ਹੈ, ਜੋ ਹਿਰਸ ਦੇ ਨਾਲ, ਈਰਖਾ ਦੇ ਨਾਲ ਭਰਿਆ ਹੋਇਆ, ਤੇ ਸਤਿਗੁਰੂ ਮਹਾਰਾਜ ਜੀ ਕਹਿਣ ਲੱਗੇ ਉਹ ਬੰਦਾ ਲਾਲਚੀ ਹੈ, ਪਾਪੀ ਹੈ, ਝੂਠਾ ਹੈ। ਦਰੋਗ ਦੋਜ਼ਖ ਹੈ। ਦਰੋਗ ਜੋ ਹੈ, ਝੂਠ, ਇਹ ਅਸਲ ਦੇ ਵਿੱਚ ਨਰਕ ਦਾ ਦਵਾਰ ਹੈ, ਝੂਠ ਬੋਲਣਾ। ਸੱਚ ਭਿਸਤ ਹੈ। ਜੋ ਸੱਚ ਦਾ ਸਾਥ ਦਿੰਦਾ, ਉਹ ਸਿੱਧਾ ਭਿਸਤਾਂ ਨੂੰ, ਉਹ ਸਵਰਗਾਂ ਨੂੰ ਜਾਂਦਾ। ਬਦ ਜ਼ੁਬਾਨ ਫਿੱਕਾ ਹੈ। ਜੋ ਬਦ ਜ਼ੁਬਾਨੀ ਹੋਵੇ, ਜੋ ਜਿਹਨੂੰ ਕਹਿਣ ਦਿਆ, ਜੋ ਬਚਨ ਕਰਨ ਦੀ ਜਿਹਨੂੰ ਸਲੀਖਾ ਨਾ ਹੋਵੇ, ਉਹ ਫਿੱਕਾ ਬੰਦਾ ਹੁੰਦਾ ਹੈ। ਦਰਦਬੰਦ ਦਰਵੇਸ਼ ਹੈ। ਜਿਹਦੇ ਅੰਦਰ ਦਰਦ ਹੋਵੇ, ਅਸਲ ਦੇ ਵਿੱਚ ਉਹੀ ਦਰਵੇਸ਼ ਹੈ ਭਾਈ। ਇਹ ਦਰਦ ਕਸਾਈ ਹੈ। ਜਿਹਦੇ ਅੰਦਰ ਰੱਤਾ ਮਾਤਰ ਵੀ ਦਰਦ ਨਹੀਂ ਹੁੰਦਾ, ਉਹ ਅਸਲੀ ਕਸਾਈ ਜਾਣਨਾ ਕਰੋ। ਰੋਜ਼ੀ ਬਖਸ਼ ਰਹੀਮ ਹੈ। ਜੋ ਰੋਜ਼ੀ ਸਾਰਿਆਂ ਨੂੰ ਰੋਜ਼ੀ ਦੇਂਦਾ, ਸਾਰਿਆਂ ਦੀ ਸੇਵਾ ਕਰਦਾ, ਉਹ ਅਸਲੀ ਰਹੀਮ ਹੈ। ਇਲਮ ਹਲੀਮੀ ਹੈ। ਜੋ ਇਲਮ ਦਾ ਧਾਰਨੀ ਬਣਦਾ, ਗੁਣਾ ਦਾ ਧਾਰਨੀ ਬਣਦਾ, ਉਹ ਅਸਲੀ ਨਿਮਰਤਾ ਹੈ। ਤਵੱਜਾ ਬੁਲੰਦੀ ਹੈ। ਜੋ ਤਵੱਜ਼ਾ ਦੇ ਵਿੱਚ ਰਹਿੰਦਾ, ਅਸਲ ਦੇ ਵਿੱਚ ਤਵੱਜ਼ੂ ਬੰਦਾ ਜਿਹੜਾ, ਉਹੀ ਬੁਲੰਦੀਆਂ ਨੂੰ ਪ੍ਰਾਪਤ ਕਰਦਾ। ਖੈਰਬੰਦ ਸਤੀ ਹੈ। ਜੋ ਖੈਰ ਸਾਰਿਆਂ ਨੂੰ ਖੈਰ ਦਿੰਦਾ ਹੈ, ਦਾਨ ਕਰਦਾ, ਅਸਲੀ ਉਹ ਸਤੀ ਹੈ ਭਾਈ। ਬੇਖੈਰ ਬਖੀਲ ਹੈ। ਜੋ ਖੈਰ ਨਹੀਂ ਕਰਦਾ, ਦਾਨ ਪੁੰਨ ਨਹੀਂ ਕਰਦਾ,
ਉਹਦੀ ਬਦਫੈਲੀ ਹੁੰਦੀ ਹੈ, ਉਹਦੀਆਂ ਬਖੀਲਾਂ ਉੜਦੀਆਂ। ਜ਼ੋਰ ਜ਼ੁਲਮ ਹੈ, ਜੋ ਜ਼ੋਰ ਕਰਦਾ ਹੈ ਲੋਕਾਂ ਦੇ ਉੱਤੇ ਅਸਲ ਦੇ ਵਿੱਚ ਉਹ ਜ਼ਾਲਮ ਹੈ, ਜ਼ੁਲਮੀ ਹੈ। ਬੇਜ਼ੋਰ ਪਾਕ ਹੈ, ਜੋ ਬੇਜ਼ੋਰ ਹੋ ਜਾਂਦਾ ਅਸਲ ਦੇ ਵਿੱਚ ਉਹ ਪਾਕ ਹੈ, ਜ਼ੋਰ ਤੋਂ ਰਹਿਤ ਹੋ ਜਾਵੇ। ਮੁਸਾਫਾ ਸਿਫਤ ਹੈ, ਜੋ ਮੁਸਾਫਾ ਹੈ ਪ੍ਰਮਾਤਮਾ ਦਾ ਗੁਣ ਗਾਇਨ ਕਰਨਾ ਉਹੀ ਅਸਲੀ ਉਹਦੀ ਸਿਫਤ ਹੈ। ਹਿਕਮਤ ਕਤੇਬ ਹੈ, ਹਿਕਮਤੀ ਕਰਨੀ ਹੈ ਇਹ ਅਸਲੀ ਕਤੇਬ ਹੈ। ਦੁਆਏ ਦੌਲਤ ਹੈ, ਜਦੋਂ ਆਪਾਂ ਦੁਆ ਕਰਦੇ ਆਂ, ਅਰਦਾਸ ਕਰਦੇ ਆਂ, ਅਰਦਾਸ ਵਰਗੀ ਸ਼ਕਤੀ ਕਿਹਦੇ ਕੋਲ ਨਹੀਂ ਹੈ। ਸਭ ਤੋਂ ਜ਼ਿਆਦੀ ਸ਼ਕਤੀ ਅਰਦਾਸ ਦੇ ਵਿੱਚ ਹੈ, ਇਹੀ ਸਭ ਤੋਂ ਪਰਮ ਦੌਲਤ ਹੈ। ਬਦਦੁਆ ਕਹਿਰ ਹੈ, ਜਦੋਂ ਆਪਾਂ ਬਦ ਦੁਆ ਦਿੰਦੇ ਆਂ ਇਹ ਬੰਦੇ ਦੇ ਉੱਤੇ ਕਹਿਰ ਵਰਤਦੀ। ਇਨਸਾਫ ਸਾਫ ਹੈ, ਜੋ ਇਨਸਾਫ ਦੇ ਵਿੱਚ ਰਹਿੰਦਾ, ਜੋ ਹਰੇਕ ਦੇ ਉੱਤੇ ਇਨਸਾਫ ਕਰਦਾ ਹੈ। ਮਹਾਰਾਜ ਜੀ ਨੇ ਕਿਹਾ ਨਾ, ਰਾਜੇ ਚੁੱਲੀ ਨਿਆਏ ਕੀ ਜੋਗੀ ਕਾ ਸਤ ਦਾਨ, ਕਿ ਜਿਹੜੇ ਰਾਜੇ ਹੁੰਦੇ ਹਨ ਉਹਨਾਂ ਦਾ ਫਰਜ਼ ਬਣਦਾ ਇਨਸਾਫ ਕਰਨਾ, ਇਨਸਾਫ ਪਰਸਤ ਹੋਣਾ। ਜਿਹੜਾ ਇਨਸਾਫ ਪਰਸਤ ਹੁੰਦਾ ਉਹ ਸਾਫ਼ ਦਿਲੀਆ ਹੁੰਦਾ। ਚੋਰੀ ਲਾਲਚ ਹੈ, ਜੋ ਚੋਰੀ ਕਰਦਾ ਨਾ ਅਸਲ ਦੇ ਵਿੱਚ ਉਹ ਲਾਲਚੀ ਹੁੰਦਾ। ਯਾਰੀ ਪਲੀਤੀ ਹੈ, ਜੋ ਯਾਰੀਆਂ ਕਰਦਾ ਤੇ ਯਾਰੀਆਂ ਦੇ ਨਾਲ ਬੰਦਾ ਮਿੱਟੀ ਪਲੀਤ ਹੋ ਜਾਂਦਾ ਹੈ। ਸਿਫਤ ਉਜੂ ਹੈ, ਅਸਲ ਦੇ ਵਿੱਚ ਪ੍ਰਮਾਤਮਾ ਦੀ ਸਿਫਤ ਕਰਨੀ ਇਹੀ ਉਜੂ ਜਾਣਨਾ ਕਰੋ, ਕਿਉਂਕਿ ਮੈਂ ਨਿਵਾਜ ਗੁਜ਼ਾਰ ਕਿ ਫਰੀਦਾ ਉੱਠਣਾ ਕਰ, ਉੱਠ ਕਰਕੇ ਭਾਈ ਤੂੰ ਵਜ਼ੂ ਕਰਨਾ ਕਰ। ਇਹਨੂੰ ਵਜ਼ੂ ਬੋਲਦੇ ਹਨ, ਹੱਥ ਪੈਰ ਧੋਣਾ, ਆਪਣੇ ਤਨ ਨੂੰ ਪਵਿੱਤਰ ਕਰਨਾ। ਅਸਲ ਦੇ ਵਿੱਚ ਇਹਦੇ ਨਾਲ ਤਨ ਪਵਿੱਤਰ ਹੁੰਦਾ, ਲੇਕਿਨ ਜਦੋਂ ਆਪਾਂ ਪ੍ਰਮਾਤਮਾ ਦੀ ਸਿਫਤ ਕਰਦੇ ਆਂ ਇਹਦੇ ਨਾਲ ਮਨ ਦੀ ਵਜ਼ੂ ਹੁੰਦੀ ਹੈ, ਮਨ ਪਵਿੱਤਰ ਹੋ ਜਾਂਦਾ। ਵਾਂਗ ਬਲੇਲ ਹੈ, ਸਤਿਗੁਰੂ ਮਹਾਰਾਜ ਜੀ ਨੇ ਕਿਹਾ ਕਿ ਇਹ ਜੋ ਆਪਾਂ ਬਾਂਗਾ ਦਿੰਦੇ ਆ ਇਹ ਤਾਂ ਆਵਾਜ਼ ਮਾਤਰ ਹੈ ਸਿਰਫ। ਕਰਾਮਾਤ ਕੁਦਰਤ ਹੈ, ਕਰਾਮਾਤ ਕੁਦਰਤ ਹੈ, ਕੁਦਰਤ ਦੇ ਵਿੱਚ ਹੀ ਸਭ ਤੋਂ ਵੱਡੀ ਕਰਾਮਾਤ ਵਸਦੀ ਹੈ। ਮਹਾਰਾਜ ਜੀ ਨੇ ਕਿਹਾ ਨਾ, ਬਲਹਾਰੀ ਕੁਦਰਤ ਵਸਿਆ ਤੇਰਾ ਅੰਤ ਨਾ ਜਾਈ ਲਖਿਆ, ਕਿ ਐ ਪ੍ਰਮਾਤਮਾ ਜੀਓ ਤੇਰੇ ਉੱਤੇ ਅਸੀਂ ਬਲਹਾਰ ਜਾਈਏ, ਕਿਉਂਕਿ ਕੁਦਰਤ ਕਰਕੇ ਵਸਿਆ ਸੋਏ, ਵਕਤ ਵਿਚਾਰੇ ਸੋ ਬੰਦਾ ਹੋਏ। ਕੁਦਰਤ ਦੇ ਵਿੱਚ ਹੀ ਪ੍ਰਮਾਤਮਾ ਦਾ ਕਾਦਰ ਦਾ ਜਿਹੜਾ ਹੈ ਵਾਸਾ ਹੈ। ਦੇਖੋ ਪਿਆਰਿਓ ਕਿਹੋ ਜੀ ਕਮਾਲ ਦੀ ਕੁਦਰਤ ਹੈ। ਅੱਜ ਆਪਾਂ ਬੇਸ਼ੱਕ ਕੁਦਰਤ ਤੋਂ ਬਹੁਤ ਦੂਰ ਨਿਕਲ ਗਏ ਹਾਂ, ਬਹੁਤ ਲਾਂਬੇ ਚੱਲ ਗਏ ਹਾਂ, ਲੇਕਿਨ ਜਦੋਂ ਆਪਾਂ ਕੁਦਰਤ ਦੇ ਨਾਲ ਜੁੜਦੇ ਹਾਂ ਤੇ ਜਦੋਂ ਕੁਦਰਤ ਦੇ ਨਾਲ ਜੁੜਾਂਗੇ ਤੇ ਉਹਦੇ ਨਾਲ ਨਾਲ ਅਸੀਂ ਕਾਦਰ ਦੇ ਨਾਲ ਵੀ ਜੁੜ ਜਾਂਦੇ ਹਾਂ, ਕਿਉਂਕਿ ਕਾਦਰ ਤੇ ਕੁਦਰਤ ਇਹ ਵੱਖ-ਵੱਖ ਨਹੀਂ ਹੈ, ਇੱਕੋ ਹਨ। ਕੁਦਰਤ ਦੇ ਵਿੱਚ ਹੀ ਕਾਦਰ ਜਿਹੜਾ ਹੈ ਉਹ ਵਸਦਾ ਹੈ। ਤਾਂ ਹੀ ਤਾਂ ਪਿਆਰਿਓ ਕਈ ਜੋ ਮਹਾਂਪੁਰਖ ਹਨ ਜਾਂ ਭਜਨ ਬੰਦਗੀ ਕਰਨ ਵਾਲੇ ਉਹ ਕੁਦਰਤ ਦੀ ਭਾਲ ਕਰਦੇ ਹਨ, ਕੁਦਰਤ ਦੇ ਨਜ਼ਾਰਿਆਂ ਦੇ ਵਿੱਚ ਰਹਿ ਕਰਕੇ। ਜਿਸ ਤਰ੍ਹਾਂ ਕਿ ਜਲ ਦੇ ਸੋਮੇ ਹੋ ਗਏ, ਜਾਂ ਜਿੱਥੇ ਹਰਿਆਵਲ ਹੁੰਦੀ ਹੈ ਜੰਗਲਾਂ ਦੇ ਵਿੱਚ, ਪਹਾੜਾਂ ਦੇ ਵਿੱਚ, ਜਿੱਥੇ ਕੁਦਰਤ ਦਾ ਨਜ਼ਾਰਾ ਹੁੰਦਾ ਉੱਥੇ ਜਾ ਕਰਕੇ ਭਜਨ ਬੰਦਗੀ ਕਰਦੇ। ਇੱਕ ਤਾਂ ਕੁਦਰਤ ਦੇ ਨਾਲ ਜੁੜਨ ਕਰਕੇ ਖੁਦ ਬ ਖੁਦ ਮਨ ਸ਼ਾਂਤ ਹੋ ਜਾਂਦਾ, ਮਨ ਕਾਦਰ ਦੇ ਨਾਲ ਜੁੜ ਜਾਂਦਾ। ਜ਼ਿਆਦਾ ਸਾਨੂੰ ਤਕਲੀਫ ਦੀ ਲੋੜ ਹੀ ਨਹੀਂ ਪੈਂਦੀ ਹੈ, ਖੁਦ ਬ ਖੁਦ ਮਨ ਜਿਹੜਾ ਹੈ ਕੁਦਰਤ ਦੇ ਨਾਲ ਹੋ ਕਰਕੇ ਕਾਦਰ ਦੇ ਨਾਲ ਜੁੜ ਜਾਂਦਾ। ਇਸ ਤਰ੍ਹਾਂ ਹੀ ਸਤਿਗੁਰੂ ਮਹਾਰਾਜ ਜੀ ਨੇ ਇੱਥੇ ਬਚਨ ਕਰਨਾ ਕੀਤਾ ਕਿ ਕੁਦਰਤ ਦੇ ਵਰਗਾ ਕੋਈ ਕਰਾਮਾਤ ਨਹੀਂ ਹੈ। ਸਤਿਗੁਰੂ ਗੁਰੂ ਨਾਨਕ ਦੇਵ ਜੀ ਮਹਾਰਾਜ ਜਦੋਂ ਪਿਆਰਿਓ ਇੱਕ ਨਗਰ ਦੇ ਵਿੱਚ ਗਏ ਸਨ, ਉਥੋਂ ਦੇ ਲੋਕ ਉਹ ਕੀ ਕਰਦੇ ਕਿ ਜਦੋਂ ਮੀਂਹ ਬਰਸਾਉਣਾ ਹੋਵੇ ਰਾਜੇ ਕੋਲ ਜਾ ਕਰਕੇ ਬੇਨਤੀਆਂ ਕਰਦੇ, ਤੇ ਉਹਨਾਂ ਦਾ ਜਿਹੜਾ ਰਾਜਾ ਉਹ ਬੜਾ ਚਲਾਕ ਸੀ, ਹੁਸ਼ਿਆਰ ਸੀ। ਉਹਨੇ ਲੋਕਾਂ ਨੂੰ ਇੰਜ ਗੁੰਮਰਾਹ ਕਰਨਾ ਕੀਤਾ, ਇੰਜ ਉਹਨੇ ਕਹਿ ਦਿੱਤਾ ਕਿ ਲੋਕੋ ਇਹ ਮੀਂਹ ਜਿਹੜਾ ਉਂਝੀ ਨਹੀਂ ਪੈਂਦਾ, ਮੈਂ ਕੋਈ ਜਾਪ ਤਪ ਕਰਦਾ ਹਾਂ, ਮੈਂ ਕੋਈ ਮੰਤਰ ਜੰਤਰ ਕਰਦਾ, ਤਾਂ ਜਾ ਕਰਕੇ ਇਹ ਬੱਦਲ ਚੜ ਕੇ ਆਉਂਦੇ, ਤਾਂ ਜਾ ਕਰਕੇ ਮੀਂਹ ਦੀ ਵਰਖਾ ਹੁੰਦੀ ਹੈ। ਉਹਨੇ ਇਸ ਤਰ੍ਹਾਂ ਹੀ ਲੋਕਾਂ ਨੂੰ ਭਰਮਤ ਕਰਨਾ ਕੀਤਾ। ਤੇ ਇੱਕ ਵਾਰੀ ਜਦੋਂ ਬੁਆਈ ਦਾ ਕੰਮ ਹੋ ਗਿਆ, ਕਿਰਸਾਨ ਜਾ ਕਰਕੇ ਰਾਜੇ ਨੂੰ ਬੋਲਦੇ ਕਿ ਰਾਜਨ ਹੁਣ ਤੂੰ ਮੰਤਰ ਜੰਤਰ ਕਰ ਭਾਈ, ਮੀਂਹ ਦੀ ਵਰਖਾ ਕਰਾਉਣਾ ਕਰ। ਰਾਜੇ ਨੇ ਪਿਆਰਿਓ ਬਹੁਤ ਮੰਤਰ ਜੰਤਰ ਕਰਕੇ ਹਟ ਗਿਆ, ਥੱਕ ਗਿਆ, ਲੇਕਿਨ ਮੀਂਹ ਦੀ ਬਿਲਕੁਲ ਵਰਖਾ ਨਹੀਂ ਹੋਈ ਹੈ। ਸਤਿਗੁਰੂ ਗੁਰੂ ਨਾਨਕ ਦੇਵ ਜੀ ਮਹਾਰਾਜ ਜਦੋਂ ਨਗਰ ਦੇ ਵਿੱਚ ਗਏ
ਇੱਕ ਕਿਸਾਨ ਬਹੁਤ ਦੁਖੀ ਸੀ। ਸਤਿਗੁਰੂ ਮਹਾਰਾਜ ਜੀ ਨੇ ਉਹਨੂੰ ਕਿਹਾ, ਦੁਖੀ ਕਿਉਂ ਹੁੰਦਾ ਭਾਈ? ਤੂੰ ਖੇਤੀ ਹਲ ਵਾਉਣਾ ਕਰ ਤੇ 7 ਕਰਤਾਰ ਬੋਲ ਕਰਕੇ ਦਾਣੇ ਦੇ ਛੱਟੇ ਪਾ ਦੇ, ਤੇਰੀ ਖੇਤੀ ਆਪ ਹਰੀ ਭਰੀ ਹੋ ਜਾਊਗੀ। ਸਤਿਗੁਰੂ ਮਹਾਰਾਜ ਜੀ ਨੇ ਪਿਆਰਿਓ ਜਦੋਂ ਇਹ ਬਚਨ ਕਰਨਾ ਕੀਤਾ, ਉਹਨੇ ਮਹਾਰਾਜ ਜੀ ਦੇ ਬਚਨਾਂ ਦੇ ਉੱਤੇ ਪ੍ਰਤੀਤੀ ਕਰਨੀ ਕੀਤੀ ਹੈ। ਮਹਾਰਾਜ ਜੀ ਦੇ ਕਹਿ ਮੁਤਾਬਕ ਕੁਛ ਦਾਣੇ ਲਿਆ ਕਰਕੇ ਹਲ ਵਾ ਕਰਕੇ ਛੱਟਾ ਦੇ ਦਿੱਤਾ, 7 ਕਰਤਾਰ ਕਹਿ ਦਿੱਤਾ। 2-4 ਦਿਨਾਂ ਦੇ ਵਿੱਚ ਪਿਆਰਿਓ ਖੇਤੀ ਹਰੀ ਭਰੀ ਹੋਣੀ ਸ਼ੁਰੂ ਹੋ ਗਈ। ਖੇਤੀ ਹਰੀ ਭਰੀ ਹੋ ਗਈ। ਲੋਕ ਐਨ ਖੇਤੀ ਨੂੰ ਵੇਖ ਕਰਕੇ ਦੰਗ ਹੋ ਗਏ ਕਿ ਸਾਰਾ ਇਲਾਕਾ ਬੰਜਰ ਪੈ ਗਿਆ, ਇਹਦੀ ਖੇਤੀ ਹਰੀ ਭਰੀ ਕਿਉਂ? ਉਹਨਾਂ ਨੇ ਜਦੋਂ ਪੁੱਛਣਾ ਕੀਤਾ, ਸਤਿਗੁਰੂ ਮਹਾਰਾਜ ਜੀ ਨੇ ਕਿਹਾ ਕਿ ਜਲ ਦੇਣ ਵਾਲਾ ਰਾਜਾ ਨਹੀਂ ਹੈ, ਜਲ ਦੇਣ ਵਾਲਾ ਉਹ ਪਰਮਾਤਮਾ ਹੈ। ਉਹਦੀ ਤੁਸੀਂ ਇਬਾਦਤ ਕਰਨਾ ਕਰੋ, ਬੰਦਗੀ ਕਰਨਾ ਕਰੋ। ਕਿਉਂਕਿ ਅੱਜ ਵੀ ਪਿਆਰਿਓ ਕਈ ਵਾਰੀ ਵੇਖਦੇ ਹਾਂ ਕਿ ਜੇ ਮੀਂਹ ਨਹੀਂ ਪਵੇ ਤੇ ਲੋਕੀ ਤਰ੍ਹਾਂ ਤਰ੍ਹਾਂ ਦੇ ਯਤਨ ਕਰਦੇ ਹਨ। ਕੋਈ ਕਹਿੰਦਾ ਜੀ ਇੰਦਰ ਦੇਵਤਾ ਨਾਰਾਜ਼ ਹੋ ਗਿਆ, ਕੋਈ ਕਹਿੰਦਾ ਜੀ ਇੰਦਰ ਦੇਵਤਾ ਨੂੰ ਪ੍ਰਸੰਨ ਕਰਦਾ, ਚਲੋ ਉੱਥੇ ਜਾ ਕਰਕੇ ਪੂਜਾ ਆਦਿਕ ਕਰਦੇ, ਜਾਂ ਮੀਂਹ ਜ਼ਿਆਦਾ ਵੀ ਪੈ ਜਾਵੇ ਤਾਂ ਵੀ ਪਿਆਰਿਓ ਕੁਛ ਕਰਮ ਕਾਂਡ ਜਿਹੜਾ ਜੀ ਹੁਣ ਇਹ ਕਰ ਦੋ, ਉਹ ਕਰ ਦੋ, ਇਹ ਹੁਣ ਮੀਂਹ ਰੁਕ ਜਾਵੇ। ਲੇਕਿਨ ਪਿਆਰਿਓ ਮਹਾਰਾਜ ਜੀ ਨੇ ਕਿਹਾ ਨਾ ਕਿਹਾ, ਉੱਠ ਉੱਠ ਦੇਖੋ ਬਪੁੜੇ, ਇਨ ਮੇਘਾਂ ਹੱਥ ਕਿਛ ਨਾ ਹੈ, ਜਿਨ ਇਹੋ ਮੇਘ ਪਠਾਇਆ ਤਿਸ ਰਾਖੋ ਮਨ ਮਾਹੇ। ਕਿ ਤੂੰ ਭਾਈ ਕੀ ਉੱਠ ਉੱਠ ਕਰਕੇ ਹੁਣ ਆ ਜਿਹੜਾ ਮੌਸਮ ਚੱਲ ਰਿਹਾ, ਆਪਾਂ ਵੀ ਪਿਆਰਿਓ ਉੱਠ ਉੱਠ ਕਰਕੇ ਤੱਕਦੇ ਆ ਜਦੋਂ ਬਦਲੀ ਆ ਜਾਵੇ, ਇੰਜ ਲੱਗਦਾ ਯਾਰੋ ਕਿੰਨੀ ਬਦਲੀ ਆ ਗਈ ਹੈ, ਲੱਗਦਾ ਅੱਜ ਤਾਂ ਬਹੁਤ ਜ਼ਿਆਦਾ ਮੀਂਹ ਪਵੇਗਾ। ਲੇਕਿਨ ਪਿਆਰਿਓ ਬੱਦਲ ਕਈ ਵਾਰੀ ਇੰਨੇ ਚੜ ਕੇ ਆਉਂਦੇ ਤੇ ਜਿਸ ਤਰ੍ਹਾਂ ਆਉਂਦੇ ਨਾ ਉਸ ਤਰ੍ਹਾਂ ਉੱਡ ਕੇ ਵੀ ਚੱਲ ਜਾਂਦੇ ਹਨ, ਪਤਾ ਹੀ ਨਹੀਂ ਲੱਗਦਾ। ਆਪਾਂ ਅਨੁਮਾਨ ਲਾਉਂਦੇ ਆ, ਬਦਲਾਂ ਨੂੰ ਵੇਖ ਕਰਕੇ ਕਹਿ ਦਿੰਦੇ ਆ ਕਿ ਲੱਗਦਾ ਪਈ ਅੱਜ ਤਾਂ ਬਹੁਤ ਮੀਂਹ ਪੈਣ ਵਾਲਾ, ਲੇਕਿਨ ਮੀਂਹ ਬਿਲਕੁਲ ਨਹੀਂ ਪੈਂਦਾ। ਕਦੇ ਆਪਨੇ ਵੇਖਿਆ ਹੋਵੇਗਾ ਬਿਲਕੁਲ ਪਿਆਰਿਓ ਅਸਮਾਨ ਇੱਕਦਮ ਦਰੁਸਤ ਹੁੰਦਾ, ਇੱਕਦਮ ਸਾਫ਼ ਸੁਥਰਾ ਹੁੰਦਾ, ਪਤਾ ਨਹੀਂ ਇੱਕੋ ਦਮ ਇਹੋ ਜਿਹਾ ਹੜ ਲੱਗ ਜਾਂਦਾ, ਇਹੋ ਜਿਹਾ ਜਿਹੜਾ ਹੈ ਕੜ ਲੱਗ ਜਾਂਦਾ, ਇੰਨਾ ਮੀਂਹ ਪੈ ਜਾਂਦਾ। ਆਪਾਂ ਕਹਿ ਦਿੰਦੇ ਯਾਰੋ ਕਿ ਇੱਕ ਵੀ ਬਦਲ ਨਹੀਂ ਆਇਆ, ਅਚਨਚੇਤ ਇੰਨਾ ਮੀਂਹ ਕਿਸ ਤਰ੍ਹਾਂ ਪੈ ਗਿਆ? ਕਿਉਂਕਿ ਪਿਆਰਿਓ ਇਹਦਾ ਕਰਤਾ ਧਰਤਾ ਰੱਬ ਹੈ। ਇਸ ਕਰਕੇ ਰੱਬ ਦਾ ਆਰਾਧਨ ਕਰਨਾ ਕਰੋ। ਕਿਉਂਕਿ ਕਈ ਵਾਰੀ ਜਦੋਂ ਮੀਂਹ ਦੀ ਵਰਖਾ ਨਹੀਂ ਹੁੰਦੀ ਹੈ, ਜੇ ਔੜ ਲੱਗ ਜਾਵੇ, ਪਾਣੀ ਦੀ ਵਰਖਾ ਨਹੀਂ ਹੁੰਦੀ, ਤੇ ਗੁਰੂ ਕੇ ਸਿੱਖ ਸਾਡੇ ਹਜੂਰੀਏ ਸਿੰਘ ਕੀ ਕਰਦੇ ਹਨ? ਗੁਰੂ ਘਰ ਦੇ ਵਿੱਚ ਆ ਕਰਕੇ, ਇਹ ਹੈ ਮਰਿਆਦਾ, ਗੁਰੂ ਘਰ ਦੇ ਵਿੱਚ ਆ ਕਰਕੇ ਪਾਠ ਕਰਨਾ ਕਰੋ। ਸੁਖਮਨੀ ਸਾਹਿਬ ਜੀ ਦੇ ਪਾਠ ਕਰਦੇ ਹਨ, ਅਖੰਡ ਪਾਠ ਸਾਹਿਬ ਜੀ ਦਾ ਜਾਪ ਕੀਤਾ ਜਾਂਦਾ, ਬੇਅੰਤ ਬਾਣੀਆਂ ਦਾ ਜਾਪ ਕਰਕੇ ਅਰਦਾਸ ਕੀਤੀ ਜਾਂਦੀ ਹੈ, ਬੇਨਤੀ ਕੀਤੀ ਜਾਂਦੀ ਹੈ ਕਿ ਸਤਿਗੁਰੂ ਮਹਾਰਾਜ ਕਿਰਪਾ ਕਰੋ, ਸਭੇ ਜੀ ਸਮਾਲ ਆਪਣੀ ਮਿਹਰ ਕਰ, ਅਣ ਪਾਣੀ ਮੁੱਚ ਉਪਾਏ ਦੁਖ ਦਾਲਦ ਭੰਨ ਧਰ। ਇਹ ਅੰਨ ਤੇ ਪਾਣੀ ਜੋ ਹੈ ਮੁੱਚ ਉਪਾਏ, ਅਟੁੱਟ ਇਹਦੀ ਵਰਖਾ ਤੁਸੀਂ ਕਰਨਾ ਕਰੋ। ਜਦੋਂ ਆਪਾਂ ਬੇਨਤੀ ਕਰਦੇ ਹਾਂ, ਲੇਹੋ ਕੰਠ ਲਗਾਏ ਅਬਦਾ ਸਗਲ ਹਰ, ਫਿਰ ਸਤਿਗੁਰੂ ਮਹਾਰਾਜ ਬੇਨਤੀ ਮੰਨ ਕਰਕੇ ਕੰਠ ਲਾ ਲੈਂਦੇ ਹਨ, ਸਾਰੀ ਅਬਦਾ ਸਾਰੀ ਬਿਪਤਾ ਜੋ ਹੈ ਖਤਮ ਹੋ ਜਾਂਦੀ ਹੈ। ਕਹਿਣ ਦਾ ਭਾਵ ਕਿ ਜਦੋਂ ਸਤਿਗੁਰੂ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਨੇ ਖੇਤੀ ਲਾ ਦਿੱਤੀ, ਸਾਰੇ ਲੋਕ ਬੜੇ ਦੰਗ ਹੋ ਗਏ ਤੇ ਮਹਾਰਾਜ ਜੀ ਨੂੰ ਪੁੱਛਦੇ, ਸਤਿਗੁਰੂ ਮਹਾਰਾਜ ਇਹ ਖੇਤੀ ਹਰੀ ਭਰੀ ਕਿਸ ਤਰ੍ਹਾਂ ਹੋਈ ਹੈ? ਮਹਾਰਾਜ ਜੀ ਨੇ ਕਿਹਾ ਕਿ ਬਲਹਾਰੀ ਕੁਦਰਤ ਵਸਿਆ, ਇਹ ਕੁਦਰਤ ਦੀ ਗੱਲ ਹੈ ਭਾਈ। ਤੇ ਉਹਨਾਂ ਨੇ ਕਿਹਾ ਮਹਾਰਾਜ ਕੁਦਰਤ ਕਿੱਥੇ ਹੈ? ਸਤਿਗੁਰੂ ਮਹਾਰਾਜ ਜੀ ਨੇ ਕਿਹਾ ਕੁਦਰਤ ਜੋ ਹੈ ਇਹ ਅਸਲ ਦੇ ਵਿੱਚ ਇਹਦੇ ਵਿੱਚ ਹੀ, ਪ੍ਰਕਿਰਤੀ ਦੇ ਵਿੱਚ ਹੀ ਜੋ ਹੈ ਕਰਾਮਾਤ। ਉਹਨਾਂ ਨੇ ਕਿਹਾ ਨਾ ਮਹਾਰਾਜ ਜੀ ਨੇ ਇਹ ਰੱਬ ਦੀ ਕਰਾਮਾਤ। ਉਹਨਾਂ ਨੇ ਪੁੱਛਿਆ ਇਹ ਕਰਾਮਾਤ ਕਿੱਥੇ ਹੈ? ਸਤਿਗੁਰੂ ਮਹਾਰਾਜ ਜੀ ਨੇ ਕਿਹਾ ਕੁਦਰਤ ਦੇ ਵਿੱਚ। ਫਿਰ ਅੱਗੋਂ ਉਹਨਾਂ ਨੇ ਪੁੱਛਿਆ ਕੁਦਰਤ ਕਿੱਥੇ ਹੈ? ਸਤਿਗੁਰੂ ਮਹਾਰਾਜ ਜੀ ਨੇ ਇੱਕ ਜੋ ਪੌਦਾ ਲੱਗਿਆ ਹੋਇਆ ਸੀ ਉਹਨੂੰ ਜੜੋਂ ਪੁੱਟ ਕਰਕੇ ਦਿਖਾ ਦਿੱਤਾ ਕਿ ਲਓ ਭਾਈ ਇਹ ਕੁਦਰਤ ਹੈ। ਇਹੀ ਸਭ ਤੋਂ ਵੱਡੀ ਕਰਾਮਾਤ ਹੈ। ਇੱਕ ਨਿੱਕਾ ਜਿਹਾ ਮੁਇਆ ਹੋਇਆ ਬੀਜ ਆ, ਉਹਨੂੰ ਧਰਤੀ ਦੇ ਵਿੱਚ ਬੋ ਦਿੱਤਾ, ਅੱਜ ਥੋੜੇ ਕੋ ਦਿਨਾਂ ਦੇ ਵਿੱਚ ਕਿੰਨਾ ਵੱਡਾ ਦਰਖਤ ਹੋ ਗਿਆ। ਇਸ ਤਰ੍ਹਾਂ ਹੀ ਚੱਲਦਾ ਰਹੇਗਾ, ਕਿੰਨਾ ਵੱਡਾ ਦਰਖਤ ਹੋਵੇਗਾ। ਆ ਬੀਜ ਨਿੱਕਾ ਨਜ਼ਰ ਆ ਰਿਹਾ, ਲੇਕਿਨ ਇਹਦੇ ਵਿੱਚ ਬਹੁਤ ਸਾਰੇ ਫੁੱਲ, ਬਹੁਤ ਸਾਰੇ ਫਲ ਛੁਪੇ ਹੋਏ ਹਨ। ਇਹੀ ਅਸਲੀ ਕਰਾਮਾਤ ਹੈ। ਕਿਉਂਕਿ ਕਰਾਮਾਤ ਦੇਖਣੀ ਨਾ
ਤਾਂ ਪਿਆਰਿਓ ਕੁਦਰਤ ਦੇ ਵਿੱਚ ਜਾ ਕਰਕੇ ਤੱਕਣਾ ਕਰੋ। ਕੁਦਰਤ ਪਰਮਾਤਮਾ ਨੇ ਕਿਹੋ ਜੀ ਕੁਦਰਤ ਬਣਾਈ ਹੈ। ਜਦੋਂ ਆਪਾਂ ਵੇਖਦੇ ਹਾਂ, ਆਪਾਂ ਉਂਝ ਤਾਂ ਕਹਿ ਦਿੰਦੇ ਸਾਰੇ ਦਰਖਤ ਪਿਆਰਿਓ ਇਹਦੇ ਪੱਤੇ ਹਰੇ ਹਨ, ਕੋਈ ਸ਼ੱਕ ਨਹੀਂ ਹੈ। ਕੋਈ ਥੋੜੀ ਕਹਿ ਸਕਦਾ ਕਿ ਭਾਈ ਨਹੀਂ ਜੀ ਹਰੇ ਨਹੀਂ ਹੈ। ਹਰਾ ਪਿਆਰਿਓ ਸਾਰੀ ਪ੍ਰਕਿਰਤੀ ਜਿਹੜੀ ਹੈ, ਕੁਦਰਤ ਜੋ ਹੈ, ਪ੍ਰਕਿਰਤੀ ਹਰੇ ਰੰਗ ਦੀ ਹੁੰਦੀ ਹੈ ਜ਼ਿਆਦਾਤਰ ਤਾਂ। ਲੇਕਿਨ ਫਿਰ ਵੀ ਇੱਕ ਦਰਖਤ ਦਾ ਪੱਤਾ ਤੋੜ ਲਿਓ, ਦੂਜੇ ਦਰਖਤ ਦਾ ਪੱਤਾ ਤੋੜ ਲਿਓ, ਹੁੰਦੇ ਉਹ ਦੋਵੇਂ ਹਰੇ ਹੁੰਦੇ ਹਨ, ਲੇਕਿਨ ਹਰਿਆਵਲਤਾ ਦੇ ਵਿੱਚ ਬਹੁਤ ਜ਼ਿਆਦਾ ਜ਼ਮੀਨ ਅਸਮਾਨ ਦਾ ਫਰਕ ਹੁੰਦਾ। ਦਰਖਤਾਂ ਹੀ ਪਿਆਰਿਓ ਇੱਕ ਪੱਤਾ ਤੋੜ ਲਿਓ ਦੂਜੇ ਦੇ ਨਾਲ ਨਹੀਂ ਮਿਲਦਾ। ਕਈ ਪੱਤੇ ਹੁੰਦੇ ਹਨ, ਅਲੱਗ-ਅਲੱਗ ਉਹਨਾਂ ਦਾ ਆਕਾਰ ਹੁੰਦਾ ਹੈ। ਇਹੀ ਤਾਂ ਪਿਆਰੇ ਕੁਦਰਤ ਤੋਂ ਵੱਡੀ ਕੋਈ ਕਰਾਮਾਤ ਨਹੀਂ ਹੋ ਸਕਦੀ ਹੈ। ਫਕੀਰੀ ਸਬੂਰੀ ਹੈ। ਜੋ ਫਕੀਰ ਹੁੰਦੇ ਹਨ, ਅਸਲੀ ਫਕੀਰੀ ਕੀ ਹੈ? ਜੋ ਸਬੂਰੀ ਦੇ ਵਿੱਚ ਰਹਿੰਦੇ ਉਹੀ ਅਸਲੀ ਫਕੀਰੀ ਹੈ, ਫਕੀਰ ਹਨ। ਨਾ ਸਬੂਰੀ ਮਕਰ ਹੈ। ਜੋ ਨਾ ਸਬੂਰ ਦੇ ਵਿੱਚ ਰਹਿੰਦੇ ਤੇ ਉਹ ਮਕਰ ਦੇ ਵਿੱਚ ਉਹ ਵਿਅਰਥ ਚੱਲ ਜਾਂਦੇ। ਰਾਹੂ ਪੀਰਾਂ ਹੈ। ਇਹੀ ਤਾਂ ਅਸਲੀ ਜੋ ਪੀਰ ਮਹਾਂਪੁਰਖ ਹੁੰਦੇ ਉਹਨਾਂ ਦਾ ਇਹ ਰਾਹ ਹੈ ਭਾਈ। ਬੇਰਾਹੂ ਬੇਪੀਰਾਂ ਹੈ। ਜੋ ਰਾਹ ਤੋਂ ਜਿਹੜੇ ਖੁੱਜ ਗਏ ਹਨ, ਭਟਕ ਗਏ ਹਨ, ਉਹ ਪੀਰ ਨਹੀਂ, ਉਹ ਤਾਂ ਅਸੰਤ ਕਹਿਲਾਏ ਜਾਂਦੇ। ਤੇਗ ਮਰਦਾਂ ਹੈ। ਜੋ ਤੇਗ ਜੋ ਹੈ ਮਰਦਾਂ ਦੇ ਵਿੱਚ ਜੋ ਮਰਦ ਹੁੰਦੇ ਹਨ ਤੇ ਉਹੀ ਸ਼ਾਸਤਰਾਂ ਦੇ ਧਾਰਨੀ ਬਣਦੇ, ਸ਼ਕਤੀ ਦੇ ਉਹ ਧਾਰਨੀ ਹੁੰਦੇ। ਦੇਗ ਖਰਾਇਤ ਹੈ। ਜੋ ਦੇਗ ਜੋ ਹੈ ਸਤਿਗੁਰੂ ਮਹਾਰਾਜ ਜੀ ਨੇ ਖਾਲਸੇ ਦੇ ਦਰ ਦੇ ਉੱਤੇ ਗੁਰੂ ਘਰ ਦੇ ਵਿੱਚ, ਤਾਂ ਹੀ ਤਾਂ ਆਪਾਂ ਇੱਕ ਬੋਲ ਬਾਲਾ ਪੜ੍ਹਦੇ ਹਾਂ ਕਿ ਦੇਗ ਤੇਗ ਫਤਿਹ। ਮਹਾਰਾਜ ਜੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਆਪਣੇ ਪਾਵਨ ਬਾਣੀ ਦੇ ਵਿੱਚ ਬਚਨ ਕਰ ਦਿੱਤਾ, ਦੇਗ ਤੇਗ ਜਗ ਮੈਂ ਦੋ ਚੱਲੈ, ਰਾਖ ਆਪ ਮੋਹਿ ਅਵਰ ਨਾ ਦਲੈ। ਇਹ ਦੇਗ ਤੇ ਤੇਗ ਪਿਆਰਿਓ, ਤੇ ਜੋ ਦੇਗ ਜੋ ਹੈ ਇਹ ਪ੍ਰੇਮ ਦੀ ਨਿਸ਼ਾਨੀ ਹੈ, ਤੇ ਤੇਗ ਜੋ ਹੈ ਇਹ ਖੁਦ ਮੁਖਤਿਆਰੀ ਦੀ, ਭਾਵ ਕਿ ਆਪਣੇ ਅਸਮਿਤਾ ਦੀ ਇਹ ਨਿਸ਼ਾਨੀ ਹੈ, ਖੁਦ ਮੁਖਤਿਆਰੀ ਦੀ ਇਹ ਨਿਸ਼ਾਨੀ ਹੈ। ਭਾਵ ਕਿ ਜੋ ਪ੍ਰੇਮ ਦੇ ਨਾਲ ਆਵੇ ਗੁਰੂ ਘਰ ਦੇ ਵਿੱਚ, ਜੋ ਚੱਲ ਕੇ ਆਵੇਗਾ ਪ੍ਰੇਮ ਦੇ ਨਾਲ, ਆਪਾਂ ਗੱਲ ਵਿੱਚ ਪੱਲਾ ਪਾ ਕਰਕੇ ਉਹਨੂੰ ਜੀ ਆਇਆਂ ਨੂੰ ਕਹਿੰਦੇ ਆ, ਤੇ ਕਹਿੰਦੇ ਆ ਭਾਈ ਜੀ ਆਇਆਂ ਨੂੰ ਗੁਰੂ ਘਰ ਦੇ ਵਿੱਚ ਦੇਗ ਤਿਆਰ ਹੈ। ਦੇਗ ਦਾ ਮਤਲਬ ਪਿਆਰਿਓ, ਕਿਉਂਕਿ ਕੜਾ ਪ੍ਰਸ਼ਾਦ ਨੂੰ ਵੀ ਆਪਾਂ ਦੇਗ ਬੋਲਦੇ ਆ, ਸਰਦਾਈ ਦਾ ਪ੍ਰਸ਼ਾਦ ਨੂੰ ਵੀ ਦੇਗ ਬੋਲਦੇ ਆ, ਸੁੱਖਾ ਜਿਹੜਾ ਹੈ ਉਹਨੂੰ ਵੀ ਆਪਾਂ ਦੇਗ ਬੋਲਦੇ ਆ। ਲੇਕਿਨ ਅਸਲ ਦੇ ਵਿੱਚ ਜੋ ਲੰਗਰ ਜੋ ਹੈ ਗੁਰੂ ਕੀ ਦੇਗ, ਦੇਗ ਦਾ ਮਤਲਬ ਲੰਗਰ, ਤੇ ਗੁਰੂ ਕਾ ਲੰਗਰ ਜਿਹੜਾ ਇਹ ਵੀ ਅਟੁੱਟ ਹੈ, ਤੇ ਗੁਰੂ ਘਰ ਦੇ ਵਿੱਚ ਲੰਗਰ ਵੀ ਅਟੁੱਟ ਹੈ, ਤੇ ਜਿਹੜੇ ਸੂਰਮਤਾਈ ਜੋ ਹੈ ਸ਼ਸਤਰ ਵੀ ਇੱਥੇ ਅਟੁੱਟ ਹਨ। ਜਿਹੜਾ ਪ੍ਰੇਮ ਦੇ ਨਾਲ ਆਵੇਗਾ ਪਿਆਰਿਓ, ਉਹਨੂੰ ਫਿਰ ਗੁਰੂ ਘਰ ਦੇ ਬੂਹੇ ਖੁੱਲੇ ਹਨ, ਜੀ ਆਇਆ ਨੂੰ ਲੰਗਰ ਤਿਆਰ ਹੈ ਭਾਈ, ਪ੍ਰਸ਼ਾਦਾ ਛਕਣਾ ਕਰੋ। ਗੁਰੂ ਘਰ ਦੇ ਵਿੱਚ ਸਰਾਂ ਬਣੀ ਹੋਈ ਹੈ, ਇਮਾਰਤ ਬਣੀ ਹੋਈ ਹੈ, ਉਹਦੇ ਵਿੱਚ ਉਹਦੇ ਰਹਿਣ ਦਾ ਪੂਰਾ ਪ੍ਰਬੰਧ ਹੈ, ਥਾਂ ਟਿਕਾਣਾ ਦਿੱਤਾ ਜਾਂਦਾ। ਇਹ ਤਾਂ ਪ੍ਰੇਮ ਦੀ ਨਿਸ਼ਾਨੀ ਹੈ। ਲੇਕਿਨ ਜੋ ਵੈਰ ਭਾਵਨਾ ਨੂੰ ਧਾਰਨ ਕਰਕੇ, ਅਹੰਕਾਰ ਦੀ ਭਾਵਨਾ ਨੂੰ ਧਾਰਨ ਕਰਕੇ, ਗੁਰੂ ਘਰ ਦੇ ਵਿੱਚ ਨਿਮਰਤਾ ਨੂੰ ਛੱਡ ਕਰਕੇ, ਅਹੰਕਾਰ ਨੂੰ ਧਾਰਨ ਕਰਕੇ, ਚੜਾਈ ਕਰਕੇ ਆਵੇਗਾ, ਫਿਰ ਖਾਲਸੇ ਦੇ ਕੋਲ ਮਹਾਰਾਜ ਜੀ ਨੇ ਕਿਹਾ, ਮਹਾਰਾਜ ਜੀ ਨੇ ਸਾਨੂੰ ਤੇਗ ਵੀ ਫੜਾਈ ਹੈ ਕਿ ਖਾਲਸਾ ਜੀਓ ਤੇਗ ਫੜ ਕਰਕੇ ਉਹਨਾਂ ਵੈਰੀਆਂ ਦਾ ਸਾਹਮਣਾ ਕਰਨਾ ਕਰੋ, ਤੇ ਜਿਹੜਾ ਚੜ ਕੇ ਆਵੇ, ਅੜ ਕੇ ਆਵੇ, ਜੋ ਅੜੇ ਸੋ ਝੜੇ। ਫਿਰ ਜਿਹੜਾ ਅੜ ਜਾਵੇਗਾ ਤੇ ਖਾਲਸਾ ਤੇਗ ਦੇ ਨਾਲ ਉਹਨੂੰ ਝਾੜਨਾ ਵੀ ਜਾਣਦਾ, ਤੇ ਜੋ ਸ਼ਰਨ ਪੈ ਜਾਵੇ, ਜੋ ਸ਼ਰਨ ਆਵੇ ਤਿਸ ਕੰਠ ਲਾਵੇ, ਇਹ ਬਿਰਧ ਸੁਆਮੀ ਸੰਦਾ। ਇਹੀ ਤਾਂ ਸਤਿਗੁਰੂ ਮਹਾਰਾਜ ਜੀ ਦਾ ਬਿਰਧ ਹੈ। ਅੱਜ ਵੀ ਪਿਆਰਿਓ ਦੇਗ ਵੀ ਵਰਤ ਰਹੀ ਹੈ, ਤੇ ਇਹ ਜਿਹੜੇ ਦਿਨ ਚੱਲ ਰਹੇ ਸਨ 84 ਦੇ ਵੇਲੇ, ਤੇ ਉਹ ਅਹੰਕਾਰੀ ਲੋਕ ਜਦੋਂ ਚੜ ਕਰਕੇ ਆਏ, ਤੇ ਜਦੋਂ ਨਿਮਰਤਾ ਦੇ ਵਿੱਚ ਉਹ ਲੋਕ ਪਹਿਲੇ ਵੀ ਆਏ ਸਨ, ਤੇ ਉਹਨਾਂ ਨੂੰ ਗੁਰੂ ਘਰ ਦੇ ਵਿੱਚੋਂ ਉਹਨਾਂ ਨੂੰ ਪ੍ਰਸ਼ਾਦਾ ਪ੍ਰਾਪਤ ਹੋਇਆ ਸੀ, ਲੇਕਿਨ ਅਹੰਕਾਰ ਦੇ ਮਾਰੇ, ਬਦਨੀਅਤ ਦੇ ਨਾਲ ਗੁਰੂ ਘਰ ਦੇ ਉੱਤੇ ਅਟੈਕ ਕਰਨ ਵਾਸਤੇ ਜਦੋਂ ਆਏ, ਤੇ ਅੱਗੋਂ ਫਿਰ ਖਾਲਸੇ ਨੇ ਫਿਰ ਦੇਗ ਦੇ ਨਾਲ ਨਹੀਂ, ਤੇਗ ਦੇ ਨਾਲ ਖਾਲਸੇ ਨੇ ਮੁਕਾਬਲਾ ਕਰਨਾ ਕੀਤਾ। ਇਸ ਕਰਕੇ ਜਦੋਂ ਤੱਕ ਮਹਾਰਾਜ ਜੀ ਨੇ ਕਿਹਾ ਸੰਸਾਰ ਰਵੇਗਾ,
ਤੇ ਇੱਥੇ ਦੇਗ ਵੀ ਵਰਤੇਗੀ ਤੇ ਤੇਗ ਵੀ ਵਰਤੇਗੀ। ਭਾਵ ਕਿ ਵੀਰ ਰਸ ਵੀ ਹੋਵੇਗਾ, ਕ੍ਰੋਧ ਵੀ ਹੋਵੇਗਾ ਤੇ ਜ਼ਬਰ ਦਾ ਮੁਕਾਬਲਾ ਤੇ ਫਿਰ ਸ਼ਸਤਰਾਂ ਦੇ ਨਾਲ ਵੀ ਕੀਤਾ ਜਾਵੇਗਾ। ਜੋ ਪ੍ਰੇਮੀ ਬਣ ਕੇ ਆਵੇਗਾ ਉਹਨੂੰ ਦੇਗ ਦਿੱਤੀ ਜਾਵੇਗੀ, ਉਹਨੂੰ ਪ੍ਰਸ਼ਾਦਾ ਛਕਾਇਆ ਜਾਵੇਗਾ। ਅੱਜ ਪਿਆਰਿਓ, ਅੱਜ ਇੰਨਾ ਜੋ ਮਾਹੌਲ ਚੱਲ ਰਿਹਾ ਹੈ, ਵਿਸ਼ੇਸ਼ ਕਰਕੇ ਆਪਾਂ ਤੱਕ ਰਹੇ ਹਾਂ ਕਿੰਨੀ ਵਿਪਤਾ ਦੇ ਵਿੱਚ ਲੋਕ ਫਸੇ ਹੋਏ ਹਨ। ਕਰਨੀ ਕੀਤੀ, ਦੇਗ ਵੰਡਣੀ ਸ਼ੁਰੂ ਕਰ ਦਿੱਤੀ ਹੈ। ਥਾਂ ਥਾਂ ਤੇ ਜਾ ਕਰਕੇ ਲੰਗਰ ਜਿਹੜੇ ਹਨ ਸਿੰਘਾਂ ਨੇ ਲਾਉਣਾ ਕੀਤਾ। ਅੱਜ ਜੇ ਆਪਾਂ ਪਿਆਰਿਓ ਸਾਰੀ ਦੁਨੀਆ ਨੂੰ ਵੇਖਦੇ ਹਾਂ, ਤੱਕਦੇ ਹਾਂ, ਵੱਡੇ ਵੱਡੇ ਮੰਦਰ ਹਨ, ਮਸੀਤਾਂ ਹਨ, ਬਹੁਤ ਵੱਡੀਆਂ ਵੱਡੀਆਂ ਸੰਸਥਾਵਾਂ ਹਨ ਜਿਨ੍ਹਾਂ ਦੇ ਕੋਲ ਅਟੁੱਟ ਖਜ਼ਾਨਾ ਹੈ, ਬਹੁਤ ਜ਼ਿਆਦੀ ਮਾਇਆ ਹੈ। ਲੇਕਿਨ ਉਹ ਮਾਇਆ ਸਿਰਫ ਆਪਣੇ ਸਵਾਰਥ ਦੇ ਨਾਲ ਉਹ ਵਰਤਦੇ, ਸਿਰਫ ਆਪਣੇ ਸਵਾਰਥ ਦੇ ਵਾਸਤੇ ਉਹ ਮਾਇਆ ਦੀ ਵਰਤੋਂ, ਦੁਰਵਰਤੋਂ ਕਰਦੇ ਹਨ। ਲੇਕਿਨ ਅੱਜ ਜਦੋਂ ਸਾਰਾ ਸੰਸਾਰ ਵਿਪਤਾ ਦੇ ਵਿੱਚ ਫਸ ਗਿਆ ਤੇ ਗੁਰੂ ਕੇ ਸਿੰਘ ਨੇ, ਗੁਰੂ ਕੇ ਸਿੰਘਾਂ ਨੇ, ਕਮੇਟੀਆਂ ਨੇ, ਸੰਤਾਂ ਮਹਾਂਪੁਰਖਾਂ ਨੇ, ਜਿੱਥੇ ਜਿੱਥੇ ਵੀ ਪਿਆਰਿਓ ਗੁਰੂ ਕਾ ਸਿੱਖ ਰਹਿੰਦਾ, ਸ਼ਾਇਦ ਹੀ ਕੋਈ ਇਹੋ ਜਿਹਾ ਪਰਿਵਾਰ, ਇਹੋ ਜਿਹਾ ਸਿੱਖ ਹੋਵੇਗਾ ਜਿਹਨੇ ਕਿਸੇ ਲੋੜਵੰਦ ਦੀ ਸੇਵਾ ਨਹੀਂ ਕੀਤੀ ਹੋਵੇਗੀ। ਕਿਉਂਕਿ ਇਹ ਮੌਕਾ ਪਿਆਰਿਓ ਲੁੱਟਣ ਦਾ ਵੀ ਮੌਕਾ ਹੈ। ਜਿਹੜੇ ਲੁਟੇਰੇ ਬੈਠੇ ਹੋਏ ਹਨ ਉਹਨਾਂ ਨੇ ਰੱਜ ਰੱਜ ਕਰਕੇ ਮਾਲ ਧਨ ਲੁੱਟਣਾ। ਅੱਜ ਆਪਾਂ ਵੇਖਦੇ ਹਾਂ ਕੀਮਤਾਂ ਵੱਧ ਗਈਆਂ, ਬਾਜ਼ਾਰਾਂ ਦੇ ਵਿੱਚ ਜਾਓ, 10 ਰੁਪਈਏ ਦੇ ਵਿੱਚ ਮਿਲਦੀ ਸੀ। ਉਹਨਾਂ ਲੁਟੇਰਿਆਂ ਨੇ ਪਿਆਰਿਓ ਸੇਵਾ ਕਰਨ ਦੀ ਥਾਂ ਉਹਨਾਂ ਨੇ ਵੇਖ ਲਿਆ ਕਿ ਹੁਣ ਇਹ ਚੀਜ਼ ਦੀ ਲੋੜ ਪਵੇਗੀ, ਉਹਨਾਂ ਨੇ ਰੇਟਾਂ ਵਧਾ ਦਿੱਤੀਆਂ ਤੇ ਲੋਕੀ ਜ਼ਿਆਦਾ ਰੇਟ ਦੇ ਕਰਕੇ ਉਹਨਾਂ ਚੀਜ਼ਾਂ ਨੂੰ ਖਰੀਦ ਰਹੇ ਹਨ। ਲੇਕਿਨ ਪਿਆਰਿਓ ਜਿਹੜੇ ਲੁਟੇਰਿਆਂ ਨੂੰ ਵੀ ਮੌਜ ਲੱਗ ਗਈ ਹੈ ਤੇ ਸੇਵਾ ਭਾਵੀ ਜੋ ਹਨ, ਜਿਨ੍ਹਾਂ ਦੇ ਅੰਦਰ ਸੇਵਾ ਦੀ ਭਾਵਨਾ ਹੈ, ਉਹਨਾਂ ਨੇ ਵੀ ਪਿਆਰਿਓ ਕੋਈ ਕਸਰ ਨਹੀਂ ਰਹਿਣ ਦਿੱਤੀ। ਗੁਰੂ ਘਰਾਂ ਨੇ ਲੁੱਟਣਾ ਨਹੀਂ ਕੀਤਾ ਪਿਆਰਿਓ। ਲੁੱਟਣਾ ਤਾਂ ਕੀ ਹੈ? ਖਾਲਸਾ ਲੁੱਟਣਾ ਨਹੀਂ, ਖਾਲਸਾ ਲੁਟਾਉਣਾ ਜਾਂਦਾ। ਲੇਕਿਨ ਕਦੋਂ? ਜਦੋਂ ਕੋਈ ਪ੍ਰੇਮ ਦੇ ਨਾਲ ਆਵੇ ਤਾਂ ਫਿਰ ਖਾਲਸਾ ਆਪਣਾ ਸਭ ਕੁਝ ਲੁਟਾ ਦਿੰਦਾ। ਲੇਕਿਨ ਕੋਈ ਵੈਰ ਦੀ ਭਾਵਨਾ ਦੇ ਵਿੱਚ ਆਵੇ ਤੇ ਫਿਰ ਖਾਲਸਾ ਪਿਆਰਿਓ ਲੁੱਟਣਾ ਵੀ ਜਾਂਦਾ ਹੈ। ਫਿਰ ਖਾਲਸਾ ਸਭ ਮੱਲਾ ਮਾਰ ਕਰਕੇ ਉਹਨਾਂ ਦਾ ਖੋਹ ਕਰਕੇ ਵੀ ਲੈ ਲੈਂਦਾ ਹੈ। ਇਸ ਕਰਕੇ ਮਹਾਰਾਜ ਜੀ ਨੇ ਕਿਹਾ ਕਿ ਤੇਗ ਮਰਦਾਂ ਹੈ। ਅਸਲੀ ਜੋ ਮਰਦ ਹੈ ਤੇ ਉਹ ਮਰਦੇ ਮੁਜਾਹਿਦ ਦੀ ਨਿਸ਼ਾਨੀ ਹੁੰਦੀ ਹੈ ਤੇਗ ਸ਼ਸਤਰ। ਦੇਗ ਖਰਾਇਤ ਹੈ, ਜੋ ਦੇਗ ਹੈ, ਲੰਗਰ ਜੋ ਹੈ, ਇਹ ਖਰਾਇਤ ਹੈ, ਇਹ ਦਾਨ ਹੈ ਭਾਈ। ਅਦਲ ਬਾਦਸ਼ਾਹ ਹੈ, ਜੋ ਅਦਲ ਹੋ ਕਰਕੇ ਰਹਿੰਦਾ, ਸਾਰਿਆਂ ਤੋਂ ਨਿਰਲੇਪ ਹੋ ਕਰਕੇ ਜੋ ਪ੍ਰਮਾਤਮਾ ਤੇ ਅਦਲੀ, ਜੋ ਅਦਲ ਹੈ, ਦਲਾਂ ਤੋਂ ਰਹਿਤ ਹੈ, ਸਾਰਿਆਂ ਤੋਂ ਨਿਰਲੇਪ ਹੈ, ਉਹ ਅਸਲੀ ਬਾਦਸ਼ਾਹ ਹੈ। ਏਤੇ ਟੋਲ ਜੇ ਜਾਣ ਜਣਾਵੈ। ਸਤਿਗੁਰੂ ਮਹਾਰਾਜ ਜੀ ਨੇ ਅਖੀਰਲੀਆਂ ਪੰਕਤੀਆਂ ਦੇ ਵਿੱਚ ਬਚਨ ਕਰਨਾ ਕੀਤਾ ਕਿ ਏਤੇ ਟੋਲ, ਇਹ ਜੋ ਗੁਣ ਭਾਈ ਅਸੀਂ ਤੁਹਾਨੂੰ ਦੱਸਣਾ ਕੀਤਾ, ਜਿਨ੍ਹਾਂ ਨੇ ਇਹ ਗੁਣਾਂ ਦੇ ਧਾਰਨੀ ਬਣਨਾ ਕੀਤਾ, ਗੁਣਾਂ ਦੇ ਗ੍ਰਾਹੀ ਬਣਨਾ ਕੀਤਾ। ਨਾਨਕ ਦਾਨਸ਼ਵੰਤ ਕਹਾਵੈ। ਤਉ ਨਾਨਕ ਦਾਨਸ਼ਵੰਤ ਕਹਾਵੈ। ਅਸਲ ਦੇ ਵਿੱਚ ਉਹੀ ਦਾਨਸ਼ਵੰਤ ਹੈ, ਉਹੀ ਅਸਲੀ ਮਹਾਂਪੁਰਖ ਹਨ। ਮਹਾਰਾਜ ਜੀ ਨੇ ਇੱਕ ਤਰ੍ਹਾਂ ਦੇ ਨਾਲ ਸੰਤਾਂ ਦੀ ਪਰਿਭਾਸ਼ਾ ਜੋ ਹੈ ਦੱਸ ਦਿੱਤੀ ਹੈ। ਇਹ ਨਹੀਂ ਕਿਹਾ ਕਿ ਹਿੰਦੂ ਹੀ ਸੰਤ ਹੋ ਸਕਦਾ, ਇਹ ਵੀ ਨਹੀਂ ਕਿਹਾ ਕਿ ਸਿਰਫ ਮੁਸਲਮਾਨ ਹੀ ਸੰਤ ਹੁੰਦੇ ਹਨ। ਕਿਉਂਕਿ ਜਿਹੜੇ ਫਿਰਕਾ ਪਰਸਤੀ ਦੇ ਵਿੱਚ ਲੱਗੇ ਹੋਏ ਉਹ ਇਹੀ ਤਾਂ ਦਾਵਾ ਕਰਦੇ, ਹਿੰਦੂ ਬੋਲਦਾ ਕਿ ਭਾਈ ਸੰਤ ਜਿਹੜੇ ਸਿਰਫ ਹਿੰਦੂਆਂ ਦੇ ਵਿੱਚ ਹੀ ਹੈ, ਮੁਸਲਮਾਨਾਂ ਦੂਜੇ ਧਰਮਾਂ ਦੇ ਵਿੱਚ ਕੋਈ ਸੰਤ ਨਹੀਂ ਹੈ। ਮੁਸਲਮਾਨ ਪਿਆਰਿਓ ਜੋ ਕੱਟਰਵਾਦ ਦੇ ਵਿੱਚ ਲੱਗੇ ਹੋਏ ਉਹ ਵੀ ਤਾਂ ਇਹੀ ਬਚਨ ਕਰਦੇ, ਕਹਿੰਦੇ ਕਿ ਜੋ ਪੀਰ ਔਲੀਏ ਫਕੀਰ ਪੈਗੰਬਰ ਹੋਏ ਸਿਰਫ ਇਸਲਾਮੀ ਮਤ ਦੇ ਵਿੱਚ, ਸਾਡੇ ਧਰਮ ਦੇ ਵਿੱਚ ਹੋਏ, ਸਾਡੇ ਧਰਮ ਤੋਂ ਇਲਾਵਾ ਜਿੰਨੇ ਵੀ ਸਾਧੂ ਸੰਤ ਹਨ ਉਹ ਸਾਰੇ ਕਾਫਿਰ ਹਨ, ਕੋਈ ਸੰਤ ਨਹੀਂ ਹੈ। ਤੇ ਕਈ ਪਿਆਰਿਓ ਜੋ ਈਰਖਾ ਦੇ ਨਾਲ ਭਰੇ ਹੋਏ, ਮਾਫ ਕਰਨਾ, ਜਾਂ ਜਿਨ੍ਹਾਂ ਨੂੰ ਇਸ ਤਰ੍ਹਾਂ ਦੀ ਭਾਵਨਾ ਜੋ ਹੈ ਤੁਜ਼ਬ ਦੀ ਭਾਵਨਾ ਦੇ ਨਾਲ ਭਰੇ ਹੋਏ ਗੁਰੂ ਕੇ ਸਿੱਖ ਜੋ ਇਹੋ ਜਿਹੀ ਭਾਵਨਾ ਰੱਖਦੇ, ਉਹਨਾਂ ਨੂੰ ਪੁੱਛੋ ਤਾਂ ਉਹ ਕਹਿੰਦੇ ਕਿ ਸੰਤ ਜਿਹੜੇ ਹਨ ਸਿਰਫ ਸਿੱਖਾਂ ਦੇ ਵਿੱਚ ਹਨ ਤੇ ਬਾਕੀ ਕੋਈ ਸੰਤ ਨਹੀਂ ਹੈ। ਨਹੀਂ ਪਿਆਰਿਓ, ਸੰਤ ਕਿਸੇ ਜਾਤੀ ਜਾਂ ਕਿਸੇ ਫਿਰਕੇ ਦੇ ਨਾਲ ਆਪਾਂ ਇਹਨੂੰ ਨਹੀਂ ਬਣ ਸਕਦੇ ਆ। ਸਤਿਗੁਰੂ ਮਹਾਰਾਜ ਜੀ ਨੇ ਬਚਨ ਕੀਤਾ ਕਿ ਇਹ ਗੁਣ ਜਿਨ੍ਹਾਂ ਦੇ ਅੰਦਰ ਹਨ
ਭਾਵੇਂ ਉਹ ਹਿੰਦੂ ਹੋਵੇ, ਭਾਵੇਂ ਮੁਸਲਮਾਨ, ਜੈਨੀ, ਬੌਧੀ, ਸਿੱਖ, ਈਸਾਈ, ਜੋ ਮਰਜ਼ੀ ਹੈ ਜਾਤ ਕਰਕੇ ਕੋਈ ਸੰਤ ਨਹੀਂ ਹੁੰਦਾ ਜਾਂ ਕੋਈ ਅਸੰਤ ਨਹੀਂ ਹੁੰਦਾ। ਇਹ ਗੁਨਾਹ ਕਰਕੇ ਹੁੰਦੇ ਹਨ। ਅੱਜ ਪਿਆਰਿਓ ਕਈ ਸਿੱਖਾਂ ਦੇ ਵਿੱਚ ਵੀ ਸੰਤ ਬਾਬੇ ਬਣ ਕਰਕੇ ਸਾਰਿਆਂ ਵਾਸਤੇ ਨਹੀਂ ਹੈ, ਲੇਕਿਨ ਕਈ ਦੰਭੀ ਪਖੰਡੀ ਜੋ ਹਨ, ਲੋਕਾਂ ਨੂੰ ਗੁਰੂ ਘਰ ਦੇ ਨਾਲੋਂ ਤੋੜਨ ਦਾ ਜੋ ਯਤਨ ਕਰ ਰਹੇ। ਬਾਣਾ ਤਾਂ ਉਹਨਾਂ ਨੇ ਵੀ ਸਾਧੂਆਂ ਦਾ, ਸੰਤਾਂ ਦਾ ਪਾਉਣਾ ਕੀਤਾ, ਲੇਕਿਨ ਸੰਤਾਂ ਦਾ ਬਾਣਾ ਪਾ ਕਰਕੇ ਕੰਮ ਅਸੰਤਾਂ ਦੇ ਕਰਦੇ ਹਨ। ਕੀ ਉਹਨਾਂ ਨੂੰ ਆਪਾਂ ਸੰਤ ਕਹਿ ਸਕਦੇ ਹਾਂ? ਅੱਜ ਕਈ ਜੋ ਹਨ ਜਿਨ੍ਹਾਂ ਨੇ ਮਰਿਆਦਾ ਨੂੰ ਤੋੜਨਾ ਕੀਤਾ, ਜਾਂ ਜਿਨ੍ਹਾਂ ਨੇ ਪਿਆਰਿਓ ਗੁਰੂ ਘਰ ਦੇ ਵਿੱਚ ਕਈ ਜਿਹੜੇ ਹਨ ਬਦਫੈਲੀਆਂ ਕੀਤੀਆਂ, ਜਾਂ ਆਪਣੀ ਸਿਰਫ ਨਿੱਜੀ ਸਵਾਰਥ ਦੇ ਵਾਸਤੇ ਇਹੋ ਜਿਹੇ ਜੋ ਹਨ ਹੱਥਕੰਡੇ ਜਿਨ੍ਹਾਂ ਨੇ ਵਰਤਨੇ ਕੀਤੇ, ਉਹਨਾਂ ਨੂੰ ਥੋੜ੍ਹੀ ਕਹਿ ਸਕਦੇ ਆ ਕਿ ਭਾਈ ਇਹ ਪੂਰਨ ਹਨ। ਸਤਿਗੁਰੂ ਮਹਾਰਾਜ ਜੀ ਨੇ ਕਿਹਾ ਕਿ ਇਹ ਗੁਣ ਜਿਨ੍ਹਾਂ ਦੇ ਅੰਦਰ ਹਨ ਤੇ ਉਹੀ ਅਸਲੀ ਦਾਨਸ਼ਵੰਤ ਹੈ, ਉਹੀ ਅਸਲੀ ਸੰਤ ਹੈ। ਇੱਥੋਂ ਤੱਕ ਹੀ ਪਿਆਰਿਓ ਅੱਜ ਦੇ ਦੀਵਾਨਾਂ ਦੇ ਵਿੱਚ ਆਪਾਂ ਨੇ ਕਥਾ ਵਿਚਾਰਾਂ ਨੂੰ ਸਰਵਣ ਕਰਨਾ ਰਹਿੰਦਾ ਪ੍ਰਸੰਗ। ਆਉਣ ਵਾਲੇ ਅਗਲੇ ਦੀਵਾਨਾਂ ਦੇ ਵਿੱਚ ਆਪਾਂ ਨੇ ਸਰਵਣ ਕਰਨਾ ਹੈ। ਫਿਰ ਸਾਰਿਆਂ ਦੇ ਚਰਨਾਂ ਦੇ ਵਿੱਚ ਤਖਤ ਸਾਹਿਬ ਵੱਲੋਂ, ਪ੍ਰਬੰਧਕਾਂ ਵੱਲੋਂ ਇਹ ਬੇਨਤੀ ਕੀਤੀ ਜਾਂਦੀ ਹੈ ਕਿ ਪ੍ਰਬੰਧਕ ਕਮੇਟੀ ਵੱਲੋਂ ਵਿਕਾਸ ਦੇ ਕਾਰਜਾਂ ਦੀ ਆਰੰਭਤਾ ਹੋ ਚੁੱਕੀ ਹੈ। ਬਹੁ ਮੰਜ਼ਲਾ ਇਮਾਰਤ ਸਰਾ ਉਹ ਬਣਾਈ ਜਾਵੇਗੀ, ਜਿਹਦੀ ਲਾਗਤ 110 ਕਰੋੜ ਰੁਪਈਆ। ਇੱਕ ਕਮਰੇ ਦੀ ਭੇਟਾ ਜੋ ਹੈ 15 ਲੱਖ ਰੁਪਏ, ਤੇ ਨਾਲ ਬਹੁਤ ਵੱਡਾ ਸਕੂਲ 40 ਕਰੋੜ ਦੀ ਮਾਇਆ ਦੇ ਨਾਲ ਖਰਚ ਕਰਕੇ ਬਣਾਇਆ ਜਾਵੇਗਾ ਪ੍ਰਬੰਧਕਾਂ ਵੱਲੋਂ। ਸੋ ਸੰਗਤਾਂ ਨੂੰ ਬੇਨਤੀ ਕੀਤੀ ਜਾਂਦੀ ਹੈ, ਇਹ ਚੱਲ ਰਿਹਾ ਸੇਵਾ ਦਾ ਕੁੰਭ, ਇਹਦੇ ਵਿੱਚ ਆਪਣਾ ਯੋਗਦਾਨ ਪ੍ਰਾਪਤ ਕਰਕੇ ਆਪਣੀ ਦਸਵੰਧ ਗੁਰੂ ਘਰ ਦੇ ਵਿੱਚ ਜਮ੍ਹਾਂ ਕਰਵਾ ਕਰਕੇ ਗੁਰੂ ਮਹਾਰਾਜ ਦੀਆਂ ਖੁਸ਼ੀਆਂ ਪ੍ਰਾਪਤ ਕਰੋ ਜੀ। ਇਨੀਆਂ ਕੋ ਬੇਨਤੀਆਂ ਪ੍ਰਵਾਨ ਕਰਿਓ। ਵਿਚਾਰ ਕਰਦੇ ਹਾਂ, ਬੇਅੰਤ ਗਲਤੀਆਂ ਹੋ ਗਈਆਂ ਜੀ, ਉਹ ਮਾਫੀ ਬਖਸ਼ਣੀ ਅੱਗੇ ਤੋਂ ਸਮਤ। ਆਓ ਸਾਰੇ ਗੱਜ ਵੱਜ ਕਰਕੇ ਫਤਿਹ ਬੁਲਾਈਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। हे अच्युत हे पार ब्रह्म, हे पूरन हे सर्ब मैं दुख भंजन गुणतास, हे संगी हे निरंकार, हे निर्गुण सब टेका, हे गोबिंद हे गुण निधान जांकै सदा विवेक, हे अपरंपर हर हरे है पी होवनहार, हे संतां कै सदा संग निधारा आधार, हे ठाकुर हूँ दासरो मैं निर्गुण गुण नहीं कोए, नानक दीजै नाम दान राखों ही परोए, आए प्रभ शरणागति कृपा निध दयाल, एक अखर हर मन बसत नानक होत निहाल, वाहिगुरु नाम जहाज है चढ़ै सो उतरै पार, जो शरधा कर सेवंदे गुर पार उतारण हार, कथा निता प्रत होत है सुनो सो सिंह सुजान, नानक गुरु गोबिंद सिंह जी सदा करै कल्याण, नानक गुरु गोबिंद सिंह जी सदा करै कल्याण। एक ओंकार सतनाम करता पुरख निरभਉ निर्वैर अकाल मूरत, अजूनी सैभं गुर प्रसाद जप, आद सच जुगाद सच है भी सच, नानक होसी भी सच। एक ओंकार सतनाम करता पुरख निरभਉ निर्वैर अकाल मूरत, अजूनी सैभं गुर प्रसाद जप, आद सच जुगाद सच है भी सच, नानक होसी भी सच। एक ओंकार सतनाम करता पुरख निरभਉ आद सच जुगाद सच है भी सच, नानक होसी भी सच। एक ओंकार सतनाम करता पुरख निरभਉ निर्वैर अकाल मूरत, अजूनी सैभं गुर प्रसाद जप,
ਆਦ ਸੱਚ ਜੁਗਾਦ ਸੱਚ ਹੈ ਭੀ ਸੱਚ ਨਾਨਕ ਹੋਸੀ ਭੀ ਸੱਚ ਏਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ ਜਪ ਆਦ ਸੱਚ ਜੁਗਾਦ ਸੱਚ ਹੈ ਭੀ ਸੱਚ ਨਾਨਕ ਹੋਸੀ ਭੀ ਸੱਚ। ਵਾਹੋ ਵਾਹੋ ਗੋਬਿੰਦ ਸਿੰਘ ਜੀ। ਵਾਹੋ ਵਾਹੋ ਗੋਬਿੰਦ ਸਿੰਘ ਜੀ। ਕਲਗੀਆਂ ਵਾਲੇ ਗੋਬਿੰਦ ਸਿੰਘ ਜੀ। ਕਲਗੀਆਂ ਵਾਲੇ ਗੋਬਿੰਦ ਸਿੰਘ ਜੀ। ਬਾਜਾਂ ਵਾਲੇ ਗੋਬਿੰਦ ਸਿੰਘ ਜੀ। ਬਾਜਾਂ ਵਾਲੇ ਗੋਬਿੰਦ ਸਿੰਘ ਜੀ। ਫੌਜਾਂ ਵਾਲੇ ਗੋਬਿੰਦ ਸਿੰਘ ਜੀ। ਫੌਜਾਂ ਵਾਲੇ ਗੋਬਿੰਦ ਸਿੰਘ ਜੀ। ਚੋਜੀ ਪਿਆਰੇ ਗੋਬਿੰਦ ਸਿੰਘ ਜੀ। ਜੀ ਪਿਆਰੇ ਗੋਬਿੰਦ ਸਿੰਘ ਜੀ। ਵਾਹੋ ਵਾਹੋ 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 ਗੋਬਿੰਦ ਸਿੰਘ ਜੀ। ਧੰਨ ਧੰਨ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ। ਧੰਨ ਧੰਨ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀਓ ਮਹਾਰਾਜ। ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀਓ ਮਹਾਰਾਜ। ਆਪ ਜੀ ਦੇ ਪਾਵਨ ਪਵਿੱਤਰ ਅਸਥਾਨ ਤਖਤ ਸੱਚਖੰਡ ਸ੍ਰੀ ਹਜ਼ੂਰ ਸ੍ਰੀ ਅਬਚਲਨਗੜ੍ਹ ਸਾਹਿਬ ਜੀ ਵਿਖੇ ਸ਼ਾਮਾਂ ਦੇ ਦੀਵਾਨ ਸਜਾਏ ਗਏ ਹਨ। ਸਜੇ ਹੋਏ ਪਾਵਨ ਦੀਵਾਨਾਂ ਦੇ ਵਿੱਚ ਗੁਰ ਇਤਿਹਾਸ ਦੀਆਂ ਕਥਾ ਵਿਚਾਰਾਂ ਹੋਈਆਂ। ਕਥਾ ਵਿਚਾਰਾਂ ਕਰਦਿਆਂ ਬੇਅੰਤ ਗਲਤੀਆਂ ਹੋ ਗਈਆਂ ਜੀਓ ਮਾਫੀ ਬਖਸ਼ਣੀ। ਅੱਗੇ ਤੋਂ ਸਮਤ ਆਈਆਂ ਸੰਗਤਾਂ ਦੀਆਂ ਹਾਜ਼ਰੀਆਂ ਤਿਲ ਫੁੱਲ ਭੇਟਾਵਾਂ ਪ੍ਰਵਾਨ ਕਰਨੀਆਂ। ਜੋ ਜੀ ਆਪ ਜੀ ਕੇ ਦੁਆਰੇ ਆਵੇ ਸੋ ਸਦਾ ਹੀ ਰਾਜੀ ਪ੍ਰਸੰਨ ਜਾਵੇ। ਗੁਰ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ। ਬੋਲੇ ਸੋ ਨਿਹਾਲ।